ਵਾਹਿਗੁਰੂ ਸਾਹਿਬ ਜੀ। ਜਤੋ ਨਾਹੀ ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਜੀਵੈ ਹਰਿਆ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੋਹਿਲੇ, ਰਾਖੋ ਰਾਖਨਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਸੁਕਾਉ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਝਟੀਐ, ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਉ ਡਰਤ ਹੈ ਆਪਣਾ, ਕੈਸਿਉ ਕਰੀ ਪੁਕਾਰ। ਦੁਖ ਵਿਸਾਰਨ ਸੇਵਿਆ, ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰ। ਜਿਉ ਡਰਤ ਹੈ ਆਪਣਾ, ਕੈਸਿਉ ਕਰੀ ਪੁਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਸਤਿਗੁਰੂ ਜੀਆਂ ਨੇ ਅੰਮ੍ਰਿਤ ਵੇਲੇ ਦੇ ਸੁਭਾਗੇ ਸਮੇਂ ਬਖਸ਼ਿਸ਼ ਕਰਦਿਆਂ ਹੋਇਆਂ ਸਤਿਗੁਰਾਂ ਦੀ ਗੁਰਬਾਣੀ ਆਸਾ ਦੀ ਵਾਰ ਗੁਰੂ ਘਰ ਤੋਂ ਵਰੋਸ ਆਏ ਹੋਏ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਆਪਾਂ ਇਸ ਬਾਣੀ ਨੂੰ ਕੀਰਤਨ ਦੇ ਰੂਪ ਦੇ ਵਿੱਚ ਸਰਵਣ ਕੀਤਾ। ਇਸ ਵੇਲੇ ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਜੋ ਆਪਾਂ ਸ਼ਬਦ ਵਿਚਾਰ ਕਥਾ ਦੇ ਰੂਪ ਦੇ ਵਿੱਚ ਸਰਵਣ ਕਰਦੇ ਹਾਂ, ਇਸ ਨੂੰ ਸਰਵਣ ਕਰਨ ਵਾਸਤੇ ਆਪ ਸੰਗਤਾਂ ਗੁਰੂ ਦਰਬਾਰ ਵਿੱਚ ਇਕੱਤਰਤ ਹੋਏ ਹੋ। ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦੇ ਧਿਆਨ ਨੂੰ ਟਿਕਾ ਕੇ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਸਤਿਗੁਰੂ ਕਿਰਪਾ ਕਰਨ
ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੈ। ਐਸੇ ਮਹਾਨ ਬਚਨ ਜਿਹੜੇ ਨੇ ਸਤਿਗੁਰਾਂ ਨੇ ਗੁਰਬਾਣੀ ਵਿੱਚ ਸਾਨੂੰ ਬਖਸ਼ਿਸ਼ ਕੀਤੇ। ਕਿਨਕਾ ਨਾਮ ਦਾ ਜੇ ਸਾਡੇ ਹਿਰਦੇ ਵਿੱਚ ਵਸ ਗਿਆ, ਇਹ ਸਤਿਗੁਰੂ ਰਹਿਮਤ ਕਰ ਲੈਣਗੇ, ਸਾਨੂੰ ਬਖਸ਼ ਕਰਕੇ ਆਪਣੇ ਚਰਨਾਂ ਵਿੱਚ ਮਹਾਰਾਜ ਸਾਹਿਬ ਜੀ ਨਿਵਾਸ ਬਖਸ਼ਿਸ਼ ਕਰ ਦੇਣਗੇ। ਐਸੀਆਂ ਦਾਤਾਂ ਪ੍ਰਾਪਤ ਹੋਣਗੀਆਂ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਤਨਾਸਰੀ ਇਹ ਜੋ ਰਾਗ ਹੈ ਇੱਥੋਂ ਪ੍ਰਾਰੰਭ ਹੋਇਆ। 660 ਅੰਗ ਦੇ ਉੱਪਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਇਸ ਰਾਗ ਦੀ ਪ੍ਰਾਰੰਭਤਾ ਕਰਨ ਵਾਸਤੇ ਪਹਿਲਾ ਸ਼ਬਦ ਇੱਥੇ ਅੱਜ ਆਪਾਂ ਨੂੰ ਪ੍ਰਾਪਤ ਹੋ ਰਿਹਾ। ਗੁਰੂ ਪਾਤਸ਼ਾਹ ਨੇ ਰਾਗਮਾਲਾ ਨਾਮ ਦੀ ਬਾਣੀ ਲਿਖਦਿਆਂ ਹੋਇਆਂ ਬਚਨ ਕੀਤੇ। ਧਨਾਸਰੀ ਇਹ ਪਾਂਚੋ ਗਾਈ, ਮਾਲ ਰਾਗ ਕੌਸਕ ਸੰਗ ਲਾਈ। ਜਿਹੜਾ ਮਾਲ ਰਾਗ ਹੈ ਇਹ ਉਸ ਦੀ ਘਰਵਾਲੀ ਮੰਨੀ ਜਾਂਦੀ ਹੈ। ਉਸ ਦੀਆਂ 5 ਇਸਤਰੀਆਂ ਨੇ। ਰਾਗ ਏਕ ਸੰਗ ਪੰਚ ਬਰੰਗਨ, ਸੰਗ ਅਲਾਪਹਿ ਆਠੋ ਨੰਦਨ। ਸਤਿਗੁਰਾਂ ਨੇ ਬਚਨ ਕੀਤੇ ਕਿ ਇੱਕ ਰਾਗ ਦੇ ਨਾਲ 5 ਰਾਗਨੀਆਂ ਅਤੇ ਉਹਨਾਂ 5 ਰਾਗਨੀਆਂ ਦੇ ਅੱਗੇ 8 ਪੁੱਤਰ ਜਿਹੜੇ ਨੇ ਵੱਖ-ਵੱਖ ਰਾਗਾਂ ਦੇ ਨਾਮ ਹਨ ਜਿਹੜੇ ਆਪਾਂ ਰਾਗਮਾਲਾ ਵਿੱਚ ਸਰਵਣ ਕਰਦੇ। ਤੇ ਉਹ ਜਿਹੜੇ ਮੁੱਖ ਰਾਗ ਨੇ ਉਹ 6 ਨੇ ਤੇ 6 ਰਾਗਾਂ ਵਿੱਚੋਂ ਇੱਕ ਮਾਲ ਕੌਸਕ ਨਾਮ ਦਾ ਰਾਗ ਹੈ। ਇਹ ਮਾਲ ਕੌਸਕ ਰਾਗ ਦੀ ਘਰਵਾਲੀ ਹੈ। ਇਹ ਜੋ ਧਨਾਸਰੀ ਰਾਗਨੀ ਹੈ ਇਸ ਨੂੰ ਰਾਗਨੀ ਆਖਿਆ ਜਾਂਦਾ, ਇਹ ਰਾਗ ਨਹੀਂ ਹੈ। ਸੋ ਮਹਾਰਾਜ ਬਖਸ਼ਿਸ਼ ਕਰਦੇ ਇਸ ਨੂੰ ਦਿਨ ਦੇ ਤੀਜੇ ਪਹਿਰ ਦੇ ਵਿੱਚ ਗਾਇਆ ਜਾ ਸਕਦਾ ਹੈ। ਪਹਿਲਾ ਪਹਿਰ ਦਿਨ ਦਾ 6 ਵਜੇ ਤੋਂ ਸ਼ੁਰੂ ਹੁੰਦਾ। 6 ਵਜੇ ਤੋਂ 9 ਵਜੇ ਤੱਕ ਪਹਿਲਾ ਪਹਿਰ ਹੈ। 9 ਵਜੇ ਤੋਂ ਲੈ ਕੇ 12 ਵਜੇ ਤੱਕ ਦਿਨ ਦਾ ਦੂਜਾ ਪਹਿਰ ਹੈ। 12 ਵਜੇ ਤੋਂ ਲੈ ਕੇ 3 ਵਜੇ ਤੱਕ ਦਿਨ ਦਾ ਤੀਜਾ ਪਹਿਰ ਹੈ। ਇਸ ਸਮੇਂ ਇਸ ਰਾਗਨੀ ਨੂੰ ਗਾ ਸਕਦੇ ਹਾਂ। ਜਿਹੜੇ ਰਾਗ ਗਾਉਣ ਵਾਲੇ, ਰਾਗ ਪੜ੍ਹਨ ਵਾਲੇ ਗਵਈਏ ਨੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹਦਾ ਸਮਾਂ ਇਸ ਰਾਗਨੀ ਦਾ ਨਿਰਧਾਰਿਤ ਕੀਤਾ ਗਿਆ ਵੀ ਇਸ ਸਮੇਂ ਇਸ ਨੂੰ ਗਾਇਆ ਜਾ ਸਕਦਾ। ਇਹ ਧਨਾਸਰੀ ਰਾਗਨੀ ਹੈ ਜਿਹਦੇ ਵਿੱਚ ਸਾਨੂੰ ਉਪਦੇਸ਼ ਪ੍ਰਾਪਤ ਹੋ ਰਿਹਾ। 660 ਅੰਗ ਦੇ ਉੱਪਰ ਪਹਿਲਾ ਸ਼ਬਦ ਅੱਜ ਸਾਨੂੰ ਪ੍ਰਾਪਤ ਹੋਵੇਗਾ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 31 ਰਾਗ ਨੇ ਤੇ 10ਵਾਂ ਨੰਬਰ ਇਸ ਰਾਗਨੀ ਦਾ ਆਇਆ ਹੈ। 9 ਰਾਗ ਇਸ ਤੋਂ ਪਹਿਲਾਂ ਆਪਾਂ ਸਰਵਣ ਕੀਤੇ, ਜਿਵੇਂ ਸ੍ਰੀ ਰਾਗ ਹੈ, ਮਾਝ ਰਾਗ ਹੈ, ਗੌੜੀ ਰਾਗ ਹੈ, ਆਸਾ ਰਾਗ ਹੈ, ਇਸੇ ਤਰ੍ਹਾਂ ਗੁਜਰੀ ਰਾਗ ਹੈ, ਵਡਹੰਸ ਰਾਗ ਹੈ ਅਤੇ ਸੋਠ ਰਾਗ ਹੈ। ਇਹਨਾਂ ਰਾਗਾਂ ਨੂੰ ਪਿੱਛੇ ਆਪਾਂ ਸਰਵਣ ਕਰਿਆ ਹੈ। 10ਵਾਂ ਨੰਬਰ ਇਸ ਰਾਗ ਨੂੰ ਪ੍ਰਾਪਤ ਹੋਇਆ। 10ਵੀਂ ਥਾਂ 'ਤੇ ਆ ਕੇ ਇਹ ਰਾਗ ਮਹਾਰਾਜ ਨੇ ਲਿਖਿਆ। ਸੋ ਧਨਾਸਰੀ ਰਾਗ ਦੇ ਅੰਦਰ ਸ਼ਬਦ ਜਿਹੜਾ ਹੈ ਉਹ ਪਹਿਲੇ ਪਾਤਸ਼ਾਹ ਦਾ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਸਾਨੂੰ ਪ੍ਰਾਪਤ ਹੋ ਰਿਹਾ। ਗੁਰੂ ਪਾਤਸ਼ਾਹ ਨੇ ਬਾਣੀ ਲਿਖਵਾਉਂਦਿਆਂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਤਰਤੀਬ ਇਸ ਤਰ੍ਹਾਂ ਬਣਾਈ ਹੈ ਕਿ ਪਹਿਲਾਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸ਼ਬਦ ਆਉਣਗੇ, ਫਿਰ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੇ, ਫਿਰ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ, ਫਿਰ ਗੁਰੂ ਰਾਮਦਾਸ ਪਾਤਸ਼ਾਹ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸ਼ਬਦ। ਇਸ ਤਰ੍ਹਾਂ ਵਾਰੀ-ਵਾਰੀ ਗੁਰੂ ਸਾਹਿਬਾਂ ਦੇ ਸ਼ਬਦ ਆਉਂਦੇ ਅਤੇ ਇਸੇ ਤਰ੍ਹਾਂ ਫਿਰ ਅੱਗੇ ਵਾਰਾਂ ਆ ਜਾਂਦੀਆਂ ਅਤੇ ਫਿਰ ਭਗਤਾਂ ਦੀ ਬਾਣੀ ਆ ਜਾਂਦੀ। ਸੋ ਇਸ ਤਰਤੀਬ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਹਿਲਾ ਸ਼ਬਦ ਜਿਹੜਾ ਹੈ ਰਾਗ ਦੀ ਪ੍ਰਾਰੰਭਤਾ ਵੇਲੇ ਸਾਨੂੰ ਪ੍ਰਾਪਤ ਹੋ ਰਿਹਾ। ਪਹਿਲੇ ਘਰ ਦੇ ਅੰਦਰ ਗਾਉਣ ਦਾ ਇਹ ਹੁਕਮ ਹੈ। ਜਿਹੜੇ ਰਾਗੀ ਸਿੰਘ ਰਾਗ ਗਾਉਂਦੇ ਨੇ, ਹੁਕਮ ਹੈ ਕਿ ਪਹਿਲੇ ਘਰ ਦੇ ਅੰਦਰ ਇਸ ਸ਼ਬਦ ਨੂੰ ਗਾਇਆ ਜਾਏ। ਸੋ ਇਸੇ ਤਰ੍ਹਾਂ ਚੌਪਦੇ 4 ਪੌੜੀਆਂ, ਚੌ ਤੋਂ ਭਾਵ 4 ਅਤੇ ਪਦੇ ਤੋਂ ਭਾਵ ਪਦ, 4 ਪਦ 4 ਪੌੜੀਆਂ ਇਸ ਸ਼ਬਦ ਦੀਆਂ ਹੋਣਗੀਆਂ।
ਇਹ ਮਹਾਰਾਜ ਲਿਖਦੇ ਪਏ ਵੀ ਐਸਾ ਸ਼ਬਦ ਅਸੀਂ 4 ਪੌੜੀਆਂ ਵਾਲਾ। ਜਿਵੇਂ ਆਪਾਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਨਾ, ਉਹਦੇ ਵਿੱਚ ਮਹਾਰਾਜ ਨੇ 38 ਪੌੜੀਆਂ। ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਇੱਕ ਅਸ਼ਟਪਦੀ ਦੇ ਨਾਲ, ਇੱਕ ਸਲੋਕ ਦੇ ਨਾਲ 8-8 ਪੌੜੀਆਂ ਮਹਾਰਾਜ ਨੇ ਲਿਖੀਆਂ। ਇਸੇ ਤਰ੍ਹਾਂ ਇੱਥੇ ਇਹਦੇ 4 ਪਦ ਨੇ, 2 ਪੰਕਤੀਆਂ ਦਾ ਇੱਕ ਪਦ ਹੋਵੇਗਾ ਅਤੇ 4 ਪਦ ਨੇ, 8-9 ਪੰਕਤੀਆਂ ਦਾ ਇਹ ਜੋ ਸ਼ਬਦ ਹੈ ਮਹਾਰਾਜ ਸਾਡੀ ਝੋਲੀ ਪਾ ਰਿਹਾ, ਸਾਡੇ 'ਤੇ ਬਖਸ਼ਿਸ਼ ਕਰ ਰਿਹਾ। ਸੋ ਧਨਾਸਰੀ ਰਾਗ ਹੈ, ਗੁਰੂ ਨਾਨਕ ਦੇਵ ਮਹਾਰਾਜ ਦਾ ਸ਼ਬਦ ਹੈ। 4-4 ਇਸ ਦੇ ਪਦ ਨੇ। ਪਹਿਲੇ ਘਰ ਦੇ ਅੰਦਰ ਗਾਉਣ ਦਾ ਮਹਾਰਾਜ ਹੁਕਮ ਫਰਮਾਉਂਦੇ ਹਨ। ਇੱਕ ਓੰਕਾਰ ਸਤਨਾਮ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਦੋਂ ਕੋਈ ਕਾਰਜ ਪ੍ਰਾਰੰਭ ਕਰਦੇ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ। ਇੱਥੇ ਰਾਗ ਦੀ ਪ੍ਰਾਰੰਭਤਾ ਹੋ ਰਹੀ ਹੈ। ਬਚਨ ਲਿਖਦੇ ਪਏ ਇੱਕ ਓੰਕਾਰ। ਓੰਕਾਰ ਨਾਮ ਪਰਮਾਤਮਾ ਦਾ ਹੈ। ਤੇਰੇ ਨਾਮ ਅਨੇਕਾਂ ਰੂਪ ਅਨੰਤਾਂ। ਪਰਮਾਤਮਾ ਦੇ ਨਾਮ ਕਈ ਨੇ, ਉਹਦੇ ਰੂਪ ਕਈ ਨੇ, ਪਰ ਉਹਦੇ ਕਈ ਰੂਪਾਂ ਦੇ ਵਿੱਚੋਂ, ਕਈ ਨਾਮਾਂ ਦੇ ਵਿੱਚੋਂ ਇੱਕ ਨਾਮ ਹੈ ਓੰਕਾਰ, ਜਿਹਦੇ ਪਰਥਾਏ ਮਹਾਰਾਜ ਨੇ ਬਚਨ ਕੀਤਾ ਓੰਕਾਰ ਸੇ ਬ੍ਰਹਮਾ ਉਤਪਤ, ਓੰਕਾਰ ਕੀਆ ਜਨ ਚਿਤ, ਓੰਕਾਰ ਸੈਲ ਜੁਗ ਭੈ, ਓੰਕਾਰ ਵੇਦ ਨਿਰਭੈ। ਸਤਿਗੁਰੂ ਬਾਣੀ ਵਿੱਚ ਬਖਸ਼ਿਸ਼ ਕਰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਜਦੋਂ ਸ੍ਰਿਸ਼ਟੀ ਬਣੀ ਹੈ ਨਾ, ਵੱਖ-ਵੱਖ ਮਤਾਂ ਦਾ ਵੱਖੋ ਵੱਖਰਾ ਵਿਚਾਰ ਹੈ। ਕੋਈ ਆਖਦਾ ਪਰਮਾਤਮਾ ਨੂੰ ਦੁਨੀਆ ਬਣਾਉਂਦਿਆਂ 7 ਦਿਨ ਲੱਗ ਗਏ, ਕੋਈ ਆਖਦਾ 3 ਦਿਨ ਲੱਗ ਗਏ, ਕੋਈ ਆਖਦਾ 5 ਦਿਨ ਲੱਗ ਗਏ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੁੱਛਿਆ ਵੀ ਮਹਾਰਾਜ ਸ੍ਰਿਸ਼ਟੀ ਬਣਾਉਂਦਿਆਂ ਪਰਮੇਸ਼ਰ ਨੂੰ ਕਿੰਨਾ ਸਮਾਂ ਲੱਗਾ? ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਕੀਤਾ ਪਸਾਓ ਏਕੋ ਅਕਵਾਓ ਤਿਸਤੇ ਹੋਏ ਲੱਖ ਦਰਿਆ। ਏਕੋ ਅਕਵਾਓ, ਇੱਕੋ ਹੀ ਬਚਨ ਨਿਕਲਿਆ ਮੂੰਹੋਂ। ਤੇ ਬਚਨ ਨਿਕਲ ਲੱਗਿਆ 5-7 ਦਿਨ ਨਹੀਂ ਲੱਗ ਜਾਂਦੇ। ਬਚਨ ਨਿਕਲ ਲੱਗਿਆ ਤੇ ਕੁਝ ਸਕਿੰਟ ਵੀ ਮਸਾਂ ਹੀ ਲੱਗਦੇ ਨੇ। ਮਹਾਰਾਜ ਕਹਿਣ ਲੱਗੇ ਕੀਤਾ ਪਸਾਓ। ਇਹ ਜਿਹੜਾ ਸੰਸਾਰ ਦਾ ਪਸਾਰਾ ਬਣਾਇਆ ਨਾ ਪਰਮਾਤਮਾ ਨੇ, ਇਹਨੂੰ ਬਣਾਉਣ ਲੱਗਿਆਂ ਕੀਤਾ ਪਸਾਓ ਏਕੋ ਅਕਵਾਓ। ਇੱਕੋ ਬਚਨ ਮੂੰਹੋਂ ਨਿਕਲਿਆ। ਬਚਨ ਨਿਕਲਦਾ ਗਿਆ ਤਿਸਤੇ ਹੋਏ ਲੱਖ ਦਰਿਆ। ਪਤਾ ਨਹੀਂ ਕਿੰਨੇ ਕੁ ਸਮੁੰਦਰ ਬਣ ਗਏ, ਕਿੰਨੇ ਕੁ ਬ੍ਰਹਿਮੰਡ ਬਣ ਗਏ, ਕਿੰਨੇ ਕੁ ਨਦੀਆਂ ਨਾਲੇ ਬਣ ਗਏ, ਦਰਿਆ ਬਣ ਗਏ, ਜੰਗਲ ਪਹਾੜ ਬਣ ਗਏ। ਗਿਣਤੀ ਕੋਈ ਨਹੀਂ ਹੈ, ਲੱਖਾਂ ਦੀ ਗਿਣਤੀ ਵਿੱਚ ਬੇਅੰਤ ਬਣ ਗਏ। ਕਿਉਂਕਿ ਇੱਕ ਬ੍ਰਹਿਮੰਡ ਨਹੀਂ ਨਾ। ਮਹਾਰਾਜ ਕਹਿਣ ਲੱਗੇ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ। ਇੱਥੇ ਤੇ ਕਰੋੜਾਂ ਬ੍ਰਹਿਮੰਡਾਂ ਦੀ ਗੱਲ ਹੈ। ਤੇ ਕਰੋੜਾਂ ਬ੍ਰਹਿਮੰਡਾਂ ਵਿੱਚ ਕਿੰਨੇ ਸੂਰਜ ਤੁਰੇ ਫਿਰਦੇ, ਕਿੰਨੇ ਚੰਦਰਮਾ ਤੁਰੇ ਫਿਰਦੇ। ਇਹ ਬੇਅੰਤ ਹੈ ਭਾਈ ਪਸਾਰਾ ਪਰਮਾਤਮਾ ਦਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਰਾ ਕੁਝ ਬਣਾਉਣ ਲੱਗਿਆਂ ਪਰਮਾਤਮਾ ਨੂੰ ਕੋਈ ਦਿਨ ਮਹੀਨੇ ਨਹੀਂ ਲੱਗੇ। ਗੁਰਮੁਖੋ ਇੱਕੋ ਬਚਨ ਨਿਕਲਿਆ ਤੇ ਸਾਰਾ ਕੁਝ ਬਣ ਗਿਆ। ਤੇ ਬਚਨ ਕਿਹੜਾ ਨਿਕਲਿਆ? ਉਹ ਨਿਕਲਿਆ ਓੰਕਾਰ। ਜਦੋਂ ਓੰਕਾਰ ਆਖਿਆ ਨਾ, ਉਸ ਵੇਲੇ ਸ੍ਰਿਸ਼ਟੀ ਬਣ ਗਈ। ਇਹ ਗੁਰੂ ਨਾਨਕ ਦੇਵ ਮਹਾਰਾਜ ਦਾ ਸਿਧਾਂਤ ਹੈ। ਤੇ ਓੰਕਾਰ ਦੇ ਅੱਗੇ ਮਹਾਰਾਜ ਨੇ ਏਕਾ ਲਾ ਦਿੱਤਾ। ਏਕਾ ਵੀ ਗਣਿਤ ਦਾ ਲਾਇਆ ਮਹਾਰਾਜ ਨੇ। ਈੜੀ ਨੂੰ ਸਿਹਾਰੀ ਉੱਪਰ ਅਧਿਕ ਤੇ ਕੱਕਾ ਨਹੀਂ ਲਿਖਿਆ। ਇਸ ਤਰ੍ਹਾਂ ਵੀ ਤੇ ਇੱਕ ਲਿਖਿਆ ਜਾ ਸਕਦਾ। ਮਹਾਰਾਜ ਇਸ ਤਰ੍ਹਾਂ ਲਿਖ ਦਿੰਦੇ ਤੇ ਵਿਦਵਾਨਾਂ ਨੇ ਵੱਖੋ ਵੱਖਰੇ ਅਰਥ ਕਰਕੇ ਕੱਕੇ ਦਾ ਅਰਥ ਵੱਖਰਾ, ਅਧਿਕ ਦਾ ਵੱਖਰਾ, ਈੜੀ ਦਾ ਵੱਖਰਾ, ਸਿਹਾਰੀ ਦਾ ਵੱਖਰਾ, ਵਿਹਾਰੀ ਦਾ ਵੱਖਰਾ। ਬੜੇ ਬੜੇ ਬੈਠੇ ਨਾ ਦੁਨੀਆ ਤੇ ਕਿੰਤੂ ਕਰਨ ਵਾਲੇ, ਸ਼ੰਕਾ ਕਰਨ ਵਾਲੇ, ਸਵਾਲ ਚੋਂ ਸਵਾਲ ਲੱਭਣ ਵਾਲੇ। ਸਤਿਗੁਰਾਂ ਨੇ ਸਾਰਿਆਂ ਤੇ ਵਿਸਰਾਮ ਲਾਉਂਦਿਆਂ ਹੋਇਆਂ ਗਣਿਤ ਦਾ ਹੀ ਏਕਾ ਲਿਖਿਆ। ਭਾਵ ਇੱਕ ਤੋਂ ਭਾਵ ਇੱਕ ਹੀ ਹੈ। ਇਹਦਾ ਦੂਜਾ ਮਤਲਬ ਹੀ ਕੋਈ ਨਹੀਂ ਹੈਗਾ, ਇਹਦਾ ਦੂਜਾ ਭਾਵ ਹੀ ਕੋਈ ਨਹੀਂ। ਤਾਂ ਇਹ ਗਣਿਤ ਦਾ ਏਕਾ ਲਿਖਿਆ। ਸ਼ਬਦਾਂ ਵਿੱਚ ਇੱਕ ਲਿਖਦੇ ਤੇ ਲੋਕਾਂ ਨੇ ਸ਼ਬਦਾਂ ਦੇ ਵੱਖੋ ਵੱਖਰੇ ਅਰਥ ਬਣਾ ਲੈਣੇ। ਸਿਹਾਰੀ ਇਹ ਕਹਿੰਦੀ ਹੈ, ਕੱਕਾ ਇਹ ਕਹਿੰਦਾ ਹੈ, ਲਿੰਗ ਹੈ, ਇਹ ਪੁਲਿੰਗ ਹੈ, ਵਚਨ ਹੈ, ਬਹੁ ਵਚਨ ਹੈ, ਬੜਾ ਕੁਝ ਨਿਕਲ ਆਉਣਾ ਸੀ। ਸਤਿਗੁਰਾਂ ਨੇ ਗਣਿਤ ਵਾਲਾ ਏਕਾ ਲਿਖ ਕੇ ਆਖਿਆ ਵੀ ਲਓ, ਇਹਦਾ ਕੁਝ ਨਹੀਂ, ਸਿਰਫ ਇਹੋ ਹੀ ਹੈ ਕਿ ਪਰਮਾਤਮਾ ਇੱਕ ਹੈ। ਕੌਣ ਇੱਕ ਹੈ? ਜਿਹਦਾ ਨਾਮ ਹੈ ਓੰਕਾਰ। ਓੰਕਾਰ ਜਿਸ ਨੂੰ ਆਖਦਾ ਉਹ ਇੱਕ ਹੈ। ਤਾਂ ਲਿਖਿਆ ਇੱਕ ਓੰਕਾਰ। ਪਰਮਾਤਮਾ ਇੱਕ ਹੈ। ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ, ਭਾਈ ਇੱਕੋ ਹੈ। ਸਭਨਾ ਜੀਆਂ ਕਾ ਇੱਕ ਦਾਤਾ। ਦਾਤਾ ਇੱਕੋ ਹੀ ਹੈ।
ਦਾਤਾ ਇੱਕ ਸਭ ਜਗਤ ਭਿਖਾਰੀਆ, ਸਾਰੀ ਦੁਨੀਆ ਮੰਗਦੀ ਪਈ ਹੈ। ਜਾਚਕ ਅਨੇਕ ਸੋ ਏਕ ਦਵਈਆ। ਲੋਕ ਆਖਦੇ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਵੱਖਰਾ, ਉਪਦੇਸ਼ ਵੱਖਰਾ, 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਵੱਖਰਾ। ਪਰ ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਹੈ ਨਾ, ਸੁਣੀ ਹੈ, ਜਿਹੜੇ ਗੁਰਬਾਣੀ ਦੇ ਉੱਪਰ ਅਮਲ ਕਰਦੇ, ਜਿਨ੍ਹਾਂ ਨੇ ਗੁਰਬਾਣੀ ਨੂੰ ਮਾਣਿਆ, ਉਹ ਇਸ ਗੱਲ ਨੂੰ ਜਾਣਦੇ ਨਹੀਂ, ਸਿਧਾਂਤ ਇੱਕੋ ਹੀ ਹੈ। ਮਹਾਰਾਜ ਕਹਿਣ ਲੱਗੇ ਸਭਨਾ ਜੀਆਂ ਕਾ ਇੱਕ ਦਾਤਾ। 10ਵੇਂ ਗੁਰੂ ਮਹਾਰਾਜ ਕਹਿਣ ਲੱਗੇ ਜਾਚਕ ਅਨੇਕ ਸੋ ਏਕ ਦਵਈਆ। ਮੰਗਣ ਵਾਲੇ ਬੇਅੰਤ, ਦੇਣ ਵਾਲਾ ਇੱਕੋ ਹੀ ਹੈ। ਤੇ ਫਿਰ ਸਿਧਾਂਤ ਵੱਖਰਾ ਕਿਵੇਂ ਹੋਇਆ? ਸਿਧਾਂਤ ਫਿਰ ਇੱਕੋ ਹੀ ਹੋਇਆ ਨਾ। ਇੱਕ ਪੰਕਤੀ ਆਪਾਂ 10ਵੇਂ ਪਾਤਸ਼ਾਹ ਦੀ ਬਾਣੀ ਦੀ ਪੜ੍ਹ ਲਈ ਹੈ, ਇੱਕ ਪੰਕਤੀ ਆਪਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਪੜ੍ਹ ਲਈ ਹੈ। ਇਸ ਕਰਕੇ ਮਹਾਰਾਜ ਫਰਮਾਉਂਦੇ ਵੀ ਪਰਮਾਤਮਾ ਭਾਈ ਇੱਕ ਹੀ ਹੈ। ਉਹਦੇ ਇੱਕ ਦੇ ਨਾਮ ਨੂੰ ਜਪੇਗਾ, ਜਿਹੜਾ ਸਾਰੀ ਦੁਨੀਆ ਨੂੰ ਵੰਡਦਾ ਪਿਆ, ਦਿੰਦਾ ਦਈ ਜਾ ਰਿਹਾ, ਦਈ ਜਾ ਰਿਹਾ। ਪਤਾ ਨਹੀਂ ਸਾਨੂੰ ਉਹਨੇ ਕਿੰਨੇ ਕੁ ਜਨਮਾਂ 'ਚ ਪਿੱਛੇ ਕਿੰਨਾ ਕੁ ਕੁਝ ਦਿੱਤਾ। ਤੇ ਅੱਗੇ ਵੀ ਕੋਈ ਇਹ ਨਹੀਂ ਹੈ ਵੀ ਅਸੀਂ ਅੱਗੇ ਕੁਝ ਨਹੀਂ ਲਵਾਂਗੇ ਜਾਂ ਸਾਨੂੰ ਅੱਗੇ ਜਨਮ ਨਹੀਂ। ਕੀ ਪਤਾ ਅਜੇ ਕਿੱਧਰ ਨੂੰ ਖੇਡ ਵਾਪਰ ਜਾਣੀ ਹੈ। ਅਜੇ ਸੋ ਨਾਉ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ। ਅਜੇ ਤੇ ਜੀਵਨ ਦੀ ਬੇੜੀ ਸੰਸਾਰ ਸਮੁੰਦਰ ਵਿੱਚ ਹੈ ਨਾ। ਕੀ ਪਤਾ ਕਿਹੜੇ ਬੰਨਿਓ ਮਾਇਆ ਦਾ ਠੋਲਾ ਲੱਗ ਜਾਣਾ, ਮਾਇਆ ਦੀ ਠੋਕਰ ਲੱਗ ਜਾਣੀ ਹੈ। ਹੁਣ ਕੱਖ ਪਿਆ ਨਾ ਗਲੀ ਦੇ ਵਿੱਚ, ਜਾਂ ਕਾਗਜ਼ ਦਾ ਟੁਕੜਾ ਪਿਆ ਤੇ ਹਵਾ ਦਾ ਬੁੱਲਾ ਆਇਆ, ਕੋਈ ਪਤਾ ਨਹੀਂ ਉਹਨੇ ਸੱਜੇ ਜਾਣਾ ਕਿ ਖੱਬੇ ਜਾਣਾ, ਗਲੀ ਦੇ ਵਿੱਚ ਡਿੱਗੇਗਾ ਕਿ ਪਰਲੇ ਬੰਨੇ ਜਾਏਗਾ। ਐਸਾ ਹੀ ਜੀਵਨ ਹੈ, ਐਸੇ ਹੀ ਮਨੁੱਖ ਦੇ ਕਰਮ ਨੇ। ਕੋਈ ਪਤਾ ਨਹੀਂ ਮਾਇਆ ਨੇ ਕਿਹੜੇ ਬੰਨਿਓ ਧੱਕਾ ਦੇਣਾ, ਕਿੱਧਰ ਨੂੰ ਮੱਤ ਨੂੰ ਵਿਸਾਰ ਦੇਣਾ, ਮੱਤ ਨੂੰ ਮਾਰ ਦੇਣਾ, ਕਿਹੜੇ ਪਾਸੇ ਨੂੰ ਚੱਲ ਪੈਣਾ, ਪਤਾ ਹੀ ਕੋਈ ਨਹੀਂ। ਅਜੇ ਸੋ ਨਾਉ ਸਮੁੰਦਰ ਮੈਂ, ਅਜੇ ਤੇ ਜੀਵਨ ਦਾ ਬੇੜਾ ਸੰਸਾਰ ਸਮੁੰਦਰ ਵਿੱਚ ਠਿਲਦਾ ਪਿਆ, ਕਿਨਾਰੇ ਲੱਗਾ ਕੋਈ ਨਹੀਂ। ਜਿੰਨਾ ਚਿਰ ਬੇੜਾ ਕਿਨਾਰੇ ਨਹੀਂ ਨਾ ਲੱਗਦਾ, ਉਹਨਾਂ ਚਿਰ ਉਹਨੂੰ ਚਲਾਉਣ ਵਾਲਾ ਵੀ ਇਹ ਨਹੀਂ ਕਹਿ ਸਕਦਾ ਵੀ ਮੈਂ ਇਹਨੂੰ ਕਿਨਾਰੇ ਲਾ ਦਿਆਂਗਾ। ਇਹ ਤੇ ਰੱਬ ਦੀ ਮੌਜ ਹੈ। ਭਾਵੇਂ ਜਹਾਜ਼ ਗੁਰਮੁਖੋ ਆਕਾਸ਼ ਦੇ ਵਿੱਚ ਉੱਡਦਾ ਪਿਆ ਨਾ, ਬੜਾ ਸਿਆਣਾ ਪਾਇਲਟ ਉਹਦੇ ਵਿੱਚ ਬੈਠਾ ਹੋਇਆ, ਪਰ ਜਿੰਨਾ ਚਿਰ ਆ ਕੇ ਥੱਲੇ ਨਹੀਂ ਨਾ ਆਪਣੇ ਟਾਇਰ ਲਾਉਂਦਾ, ਜਿੰਨਾ ਚਿਰ ਆ ਕੇ ਰੁਕਦਾ ਨਹੀਂ ਨਾ ਆਪਣੇ ਮੰਜ਼ਿਲ 'ਤੇ ਆ ਕੇ, ਉਹਨਾਂ ਚਿਰ ਕਿਸੇ ਨੂੰ ਨਹੀਂ ਪਤਾ ਵੀ ਇਹ ਕੀ ਕਰੇਗਾ। ਕਿਉਂਕਿ ਅਜੇ ਹਵਾ ਦੇ ਵਿੱਚ ਹੈ, ਕੋਈ ਪਤਾ ਨਹੀਂ। ਡਗਮਗ ਛਾੜ ਰੇ, ਅਜੇ ਤੇ ਡਗਮਗਾ ਸਕਦਾ ਨਾ ਕੰਮ। ਇਸੇ ਤਰ੍ਹਾਂ ਗੁਰਮੁਖੋ ਸਾਡਾ ਇਹ ਜੀਵਨ ਹੈ। ਜਿੰਨਾ ਚਿਰ ਮੰਜ਼ਿਲ 'ਤੇ ਪਹੁੰਚਦੇ ਨਹੀਂ, ਉਹਨਾਂ ਚਿਰ ਖਤਰਾ 'ਤੇ ਹੈ। ਦਿੰਦਾ ਦੇਣ ਵਾਲੇ ਨੇ ਪਿੱਛੇ ਸਾਨੂੰ ਬੜਾ ਕੁਝ ਦਿੱਤਾ, ਤੇ ਦੇਣ ਵਾਲੇ ਨੇ ਅੱਗੇ ਵੀ ਸਾਨੂੰ ਅਜੇ ਬੜਾ ਕੁਝ ਦੇਣਾ ਹੈ। ਮਹਾਰਾਜ ਕਹਿਣ ਲੱਗੇ ਭਾਈ ਐਸਾ ਉਹ ਪਰਮਾਤਮਾ ਇੱਕੋ ਹੀ ਹੈ, ਜਿਹੜਾ ਪਿੱਛੇ ਵੀ ਦਿੰਦਾ ਰਿਹਾ, ਅੱਗੇ ਵੀ ਉਸਨੇ ਦਿੰਦੇ ਰਹਿਣਾ ਹੈ। ਐਸੇ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਕਰੋ। ਸਤਨਾਮ। ਗੁਰਮੁਖੋ ਉਸ ਪਰਮਾਤਮਾ ਦਾ ਨਾਮ ਜਿਹੜਾ ਨਾ ਬਿਲਕੁਲ ਸੱਚਾ ਹੈ, ਤ੍ਰੈ ਕਾਲ ਆਬਾਦ ਰੂਪ ਹੈ। ਉਹ ਪਰਮਾਤਮਾ ਤਿੰਨਾਂ ਸਮਿਆਂ ਦੇ ਵਿੱਚ ਹੈ, ਭੂਤ ਭਵਿੱਖ ਅਤੇ ਵਰਤਮਾਨ ਸਮੇਂ ਦੇ ਵਿੱਚ ਜੁਗੋ ਜੁਗ ਅਟਲ ਹੈ। ਉਹਦਾ ਨਾਮ, ਉਸ ਦੇ ਨਾਮ ਨੂੰ ਸੱਚਾ ਹੀ ਕਿਹਾ ਜਾਂਦਾ। ਦੁਨੀਆ ਦੇ ਨਾਮ ਤੇ ਗੁਰਮੁਖੋ ਝੂਠੇ ਨੇ। ਪਤਾ ਨਹੀਂ ਕਿੰਨੇ ਕੁ ਬਾਦਸ਼ਾਹ ਦੁਨੀਆ 'ਤੇ ਆਏ, ਕਿਲਿਆਂ ਦੇ ਮਾਲਕ, ਮਹਿਲਾਂ ਦੇ ਮਾਲਕ, ਪਰ ਕਿੱਧਰ ਚਲੇ ਗਏ ਪਤਾ ਹੀ ਕੋਈ ਨਹੀਂ ਹੈ। ਨਾ ਉਹਨਾਂ ਦੇ ਕੋਈ ਨਾਮ ਨੂੰ ਜਾਣਦਾ। ਪਰਮਾਤਮਾ ਦਾ ਨਾਮ ਸਦਾ ਸੱਚਾ, ਸਦਾ ਅਟਲ, ਸਦਾ ਰਹਿਣ ਵਾਲਾ। ਵਿਅਕਤੀ ਦਾ ਨਾਮ ਤੇ ਇੱਕ ਸੀਮਾ ਤੱਕ ਹੈ, ਦੇਸ਼ ਦੀ ਹੱਦ ਤੱਕ ਇੱਕ ਬੰਦੇ ਦਾ ਨਾਮ ਚੱਲਦਾ। ਅਗਲਾ ਦੇਸ਼ ਆ ਗਿਆ, ਨਾਂ ਖਤਮ ਹੋ ਗਿਆ, ਔਰ ਉਸ ਬੰਦੇ ਦਾ ਨਾਮ ਕੁਝ ਸਮੇਂ ਵਾਸਤੇ ਚੱਲਦਾ। ਕੁਝ ਸਮੇਂ ਬਾਅਦ ਸਰਕਾਰਾਂ ਕਾਨੂੰਨ ਬਣਾਉਂਦੀਆਂ ਨੇ। ਇੱਕ ਪਾਰਟੀ ਦੀ ਸਰਕਾਰ ਆਉਂਦੀ ਹੈ, ਉਹਨੇ ਕੁਝ ਕਾਨੂੰਨ ਬਣਾਇਆ, ਕੁਝ ਕਿਸੇ ਨੂੰ ਦੇ ਦਿੱਤਾ, ਦੇਸ਼ ਨੂੰ ਜਾਂ ਜਨਤਾ ਨੂੰ ਵੀ ਆਹ ਦੇ ਦਿਓ। ਤੇ ਜਿੰਨਾ ਚਿਰ ਤੇ ਉਹ ਆਪ ਕੁਰਸੀ 'ਤੇ ਬੈਠਾ, ਉਹਨਾਂ ਚਿਰ ਤੇ ਠੀਕ ਹੈ। ਕੁਰਸੀ ਬਦਲਦੀ ਗਈ ਹੈ, ਕਾਨੂੰਨ ਵਾਪਸ ਹੋ ਗਿਆ, ਹੁਕਮ ਬੰਦ ਹੋ ਗਿਆ ਉਸੇ ਵੇਲੇ। ਦੁਨੀਆ ਦੇ ਹੁਕਮ, ਦੁਨੀਆ ਦਾ ਰਾਜ, ਦੁਨੀਆ ਦੀ ਪਹੁੰਚ ਤੇ ਇੱਕ ਸੀਮਾ ਤੱਕ ਹੈ, ਕੁਝ ਸਮੇਂ ਵਾਸਤੇ ਹੈ। ਪਰਮਾਤਮਾ ਦੀ ਕੋਈ ਸੀਮਾ ਨਹੀਂ ਹੈ ਤੇ ਕੋਈ ਉਹਦੇ ਸਮੇਂ ਦਾ ਹੱਦ ਬੰਨਾ ਨਹੀਂ ਹੈ। ਉਹ ਸੁਤੰਤਰ ਹੈ, ਪਤੰਤਰ ਹੈ ਪਰਮਾਤਮਾ ਖੁਦ। ਇਸ ਕਰਕੇ ਉਹਦਾ ਨਾਮ ਸੱਚਾ ਭਾਈ। ਲੋਕ ਪਰਲੋਕ ਦੋਨਾਂ ਵਿੱਚ ਹੀ ਸੁੱਖ ਦਿੰਦਾ ਹੈ, ਹਰੇਕ ਸਮੇਂ ਵਿੱਚ ਸੁੱਖ ਦਿੰਦਾ ਹੈ। ਉਹਦਾ ਨਾਮ ਜੁਗੋ ਜੁਗ ਅਟਲ ਹੈ। ਐਸੇ ਸੱਚੇ ਨਾਮ ਨੂੰ ਜਪਨਾ ਕਰ। ਕਰਤਾ ਪੁਰਖ, ਉਹ ਫਿਰ ਪਰਮਾਤਮਾ ਭਾਈ ਕਰਨ ਵਾਲਾ, ਸਾਰਿਆਂ ਨੂੰ ਬਣਾਉਣ ਵਾਲਾ।
ਜਿਵੇਂ ਘੁਮਿਆਰ ਨੇ ਘੜਾ ਬਣਾਇਆ, ਸੁਨਿਆਰ ਨੇ ਗਹਿਣਾ ਬਣਾਇਆ। ਕਰਤੇ ਤੇ ਇਹਨਾਂ ਨੂੰ ਮੰਨਿਆ ਜਾਂਦਾ, ਪਰ ਘੁਮਿਆਰ ਘੜੇ ਵਿੱਚ ਵੜ ਕੇ ਨਹੀਂ ਬੈਠਾ ਤੇ ਸੁਨਿਆਰ ਗਹਿਣੇ ਵਿੱਚ ਨਹੀਂ ਬੈਠਾ ਹੋਇਆ, ਬਣਾ ਕੇ ਦੇ ਦਿੱਤਾ ਹੈ। ਪਰਮਾਤਮਾ ਇੱਕ ਇਹੋ ਜਿਹਾ ਕਰਤਾ ਬਣਾਉਣ ਵਾਲਾ ਹੈ। ਉਹ ਸਰੀਰਾਂ ਰੂਪੀ ਭਾਂਡੇ ਬਣਾਉਂਦਾ ਜ਼ਰੂਰ ਹੈ, ਪਰ ਇਹਦੇ ਵਿੱਚ ਵੀ ਆ ਬੈਠਾ ਹੋਇਆ, ਸਮਾਇਆ ਹੋਇਆ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਉਹ ਪਰਮਾਤਮਾ ਅੰਦਰ ਬਾਹਰ ਸਾਰੇ ਥਾਵਾਂ ਤੇ ਐਸਾ ਉਹ ਕਰਤਾ ਬਣਾਉਣ ਵਾਲਾ ਵੀ ਦੁਨੀਆ ਬਣਾਉਂਦਾ ਵੀ ਪਿਆ ਤੇ ਦੁਨੀਆ ਦੇ ਵਿੱਚ ਵੀ ਬੈਠਾ ਹੋਇਆ। ਜਿਮੀ ਜਮਾਨ ਕਹਿ ਬਿਖੈ ਸਮਸਤ, ਏਕ ਜੋਤ ਹੈ ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ। ਦੁਨੀਆ ਬਣਾਈ ਵੀ ਉਹਨੇ, ਬਣਾ ਕੇ ਦੁਨੀਆ ਕਣ ਕਣ ਵਿੱਚ ਬੈਠਾ ਹੋਇਆ। ਐਸਾ ਪਰਮਾਤਮਾ, ਤਾਂ ਉਸ ਨੂੰ ਕਰਤਾ ਆਖਿਆ ਜਾਂਦਾ ਹੈ। ਪੁਰਖ ਤੇ ਗੁਰਮੁਖੋ ਪਰਮਾਤਮਾ ਹੈ ਪੁਰਖ ਰੂਪ, ਮਰਦ ਰੂਪ ਹੈ ਪਰਮਾਤਮਾ। ਸ੍ਰੀ ਅਸਕੇਤ ਜਗਤ ਕੇ ਈਸਾ। ਦਸਵੇਂ ਪਾਤਸ਼ਾਹ ਕਹਿਣ ਲੱਗੇ, ਇਹ ਸ੍ਰੀ ਸਾਹਿਬ ਨੂੰ ਧਾਰਨ ਕਰਨ ਵਾਲੇ, ਸ਼ਸਤਰਾਂ ਨੂੰ ਧਾਰਨ ਕਰਨ ਵਾਲੇ ਪਰਮਾਤਮਾ, ਤੁਸੀਂ ਜਗਤ ਦੇ ਮਾਲਕ ਹੋ। ਜੇ ਤੁਸੀਂ ਮਾਲਕ ਹੋ ਤੇ ਸਾਰੀ ਸ੍ਰਿਸ਼ਟੀ ਤੁਸੀਂ ਬਣਾਈ ਹੈ, ਅਤੇ ਤੁਸੀਂ ਖੁਦ ਜਿਹੜੇ ਹੋ ਉਹ ਨਰ ਸਰੂਪ ਹੋ ਭਾਈ, ਐਸੇ ਹੋ ਤੁਸੀਂ। ਪੁਰਖ ਨਾਮ ਮਰਦ ਦਾ ਹੈ, ਉਹ ਪਰਮਾਤਮਾ ਇਹੋ ਜਿਹਾ ਹੈ। ਅਤੇ ਇਸੇ ਤਰ੍ਹਾਂ ਪੂੰ ਰੱਖ, ਵਿਦਵਾਨਾਂ ਨੇ ਗ੍ਰੰਥਾਂ ਵਿੱਚ ਲਿਖਿਆ, ਸ਼ਾਸਤਰਾਂ ਵਿੱਚ ਲਿਖਿਆ ਵੀ 18 ਤਰ੍ਹਾਂ ਦੇ ਨਰਕ ਨੇ ਜਿਹਦੇ ਵਿੱਚ ਬੰਦੇ ਨੂੰ ਪਾਇਆ ਜਾਂਦਾ। ਜਿਹੋ ਜਿਹਾ ਬੰਦੇ ਨੇ ਪਾਪ ਕੀਤਾ ਨਾ, ਗੁਨਾਹ ਕੀਤਾ, ਉਹੋ ਜਿਹਾ ਨਰਕ ਵਿੱਚ ਸੁੱਟ ਕੇ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ। ਤੇ ਉਹਨਾਂ ਨਰਕਾਂ ਦੇ ਵੱਖੋ ਵੱਖਰੇ ਨਾਮ ਵੀ ਨੇ। ਸਵਾਨ ਨਾਮੇ ਨਰਕ ਹੈ, ਕੁੰਭੀ ਨਰਕ ਹੈ, ਇਹ ਉਹਨਾਂ ਨਰਕਾਂ ਦੇ ਨਾਮ ਨੇ। ਤੇ ਪੂ ਨਾਮ ਵੀ ਗੁਰਮੁਖੋ ਇੱਕ ਨਰਕ ਦਾ ਹੀ ਹੈ। ਪਰ ਕਹਿਣ ਲੱਗੇ ਪ੍ਰਮਾਤਮਾ ਦਾ ਨਾਮ ਜਪੇਗਾ, ਪੂ ਰੱਖ, ਤੈਨੂੰ ਪੂ ਨਾਮੇ ਨਰਕ ਵਿੱਚੋਂ ਵੀ ਰੱਖ ਲਵੇਗਾ, ਬਚਾ ਲਵੇਗਾ, ਤਾਂ ਉਸ ਨੂੰ ਪੁਰਖ ਆਖਿਆ ਜਾਂਦਾ, ਜਿਹੜਾ ਸਾਰੇ ਥਾਵਾਂ ਤੇ ਤੇਰੀ ਰੱਖਿਆ ਕਰਦਾ ਹੈ। ਨਿਰਭਉ, ਫਿਰ ਉਹ ਪਰਮਾਤਮਾ ਨਿਰਭਉ, ਉਹਨੂੰ ਡਰ ਨਹੀਂ ਹੈ ਕਿਸੇ ਦਾ। ਤੇ ਜਿਹੜੇ ਉਹਦੇ ਨਾਲ ਜੁੜ ਜਾਣ ਉਹਨਾਂ ਨੂੰ ਵੀ ਡਰ ਨਹੀਂ ਰਹਿ ਜਾਂਦਾ ਕਿਸੇ ਦਾ। ਐਸਾ ਉਹ ਪਰਮਾਤਮਾ ਹੈ, ਡਰ ਖਤਮ ਕਰ ਦਿੰਦਾ ਮਨ ਦੇ ਵਿੱਚੋਂ। ਦੁਨੀਆ ਦੇ ਲੋਕ ਡਰਾਉਣਾ ਚਾਹੁੰਦੇ ਨੇ, ਵੀ ਡਰ ਕੇ ਤਰਲਾ ਕਰੇ, ਮਿੰਨਤ ਕਰੇ, ਗਿੜਗੜਾਏ, ਸਾਡੇ ਪੈਰਾਂ ਤੇ ਡਿੱਗੇ। ਦੁਨਿਆਵੀ ਲੋਕ ਤੇ ਡਰ ਜਾਂਦੇ, ਪਰ ਜਿਹੜੇ ਨਿਰੰਕਾਰੀ ਲੋਕ ਨੇ ਗੁਰਮੁਖੋ, ਉਹ ਨਹੀਂ ਡਰਦੇ। ਭਾਵੇਂ ਸੀਸ ਤੇ ਆਰਾ ਚੱਲੇ ਤੇ ਭਾਵੇਂ ਬੰਦ ਬੰਦ ਕੱਟਿਆ ਜਾਵੇ, ਡਰ ਉਹਨਾਂ ਦੇ ਮਨ ਵਿੱਚ ਰਹਿੰਦਾ ਹੀ ਨਹੀਂ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪੁਰਾਣੀ ਛੁਟੈ, ਐਸੇ ਬਣ ਜਾਂਦੇ। ਪਰਮਾਤਮਾ ਖੁਦ ਨਿਰਭਉ ਹੈ, ਡਰਦਾ ਨਹੀਂ। ਤੇ ਪਰਮਾਤਮਾ ਦੇ ਨਾਮ ਜਪਣ ਵਾਲੇ ਵੀ ਨਿਰਭਉ ਹੋ ਜਾਂਦੇ, ਡਰਦੇ ਉਹ ਵੀ ਨਹੀਂ ਕਿਸੇ ਤੋਂ। ਐਸਾ ਉਹ ਪਰਮਾਤਮਾ ਹੈ। ਨਿਰਵੈਰ, ਫਿਰ ਕਹਿਣ ਲੱਗੇ ਪ੍ਰਮਾਤਮਾ ਦਾ ਵੈਰ ਨਹੀਂ ਹੈ ਕਿਸੇ ਨਾਲ। ਬੰਦਾ ਨਿਰਭਉ ਹੋ ਜਾਵੇ ਨਾ, ਬੰਦੇ ਨੂੰ ਡਰ ਨਾ ਰਵੇ, ਤੇ ਬੰਦਾ ਕਿਸੇ ਨਾ ਕਿਸੇ ਨਾਲ ਵੈਰ ਜ਼ਰੂਰ ਕਰਦਾ, ਖਹਿਬਾਜ਼ੀ ਜ਼ਰੂਰ ਰੱਖਦਾ। ਭਾਵੇਂ ਸਰੀਰ ਕਰਕੇ, ਪ੍ਰਤੱਖ ਕਰਕੇ ਵਿਖਾਵੇ, ਤੇ ਭਾਵੇਂ ਮਨ ਵਿੱਚ ਰੱਖੇ, ਵੈਰ ਵਿਰੋਧ ਰੱਖਦਾ ਜ਼ਰੂਰ ਹੈ। ਫਲਾਣੇ ਸਮੇਂ ਤੇ ਫਲਾਣੇ ਬੰਦੇ ਨੇ ਮੈਨੂੰ ਇਹ ਕਿਹਾ ਸੀ, ਇਹ ਗੱਲ ਮੈਂ ਭੁੱਲ ਨਹੀਂ ਸਕਦਾ। ਬੰਦਾ ਵੈਰ ਜ਼ਰੂਰ ਰੱਖਦਾ, ਮੰਜ਼ਿਲ ਭਾਵੇਂ ਕਿਸੇ ਤੇ ਵੀ ਪਹੁੰਚ ਜਾਵੇ। ਪਰ ਗੁਰਮੁਖੋ ਪਰਮਾਤਮਾ ਨਿਰਵੈਰ ਹੈ, ਉਹਦਾ ਵੈਰ ਹੈ ਹੀ ਨਹੀਂ ਕਿਸੇ ਦੇ ਨਾਲ। ਸਾਨੂੰ ਕੋਈ ਦੁੱਖ ਆ ਜਾਵੇ ਤੇ ਅਸੀਂ ਇਹ ਗੱਲ ਕਹਿ ਦਿੰਦੇ ਹਾਂ, ਪਰਮਾਤਮਾ ਤੇ ਮੇਰਾ ਵੈਰੀ ਬਣਿਆ ਹੋਇਆ, ਉਹ ਤੇ ਮੈਨੂੰ ਦੁੱਖ ਦਿੰਦਾ ਪਿਆ, ਮੈਂ ਪਰਮਾਤਮਾ ਦਾ, ਰੱਬ ਦਾ, ਗੁਰੂ ਦਾ ਕੀ ਵਿਗਾੜਿਆ, ਮੇਰਾ ਉਹ ਵੈਰੀ ਬਣ ਗਿਆ ਹੈ। ਮਹਾਰਾਜ ਕਹਿਣ ਲੱਗੇ, ਨਹੀਂ, ਵੈਰੀ ਤੇਰੇ ਬਣੇ ਕਰਮ ਨੇ। ਜਿਨ੍ਹਾਂ ਕਰਮਾਂ ਨੂੰ ਤੂੰ ਕੀਤਾ, ਆਪ ਕੀਤਾ ਨੂੰ, ਕਰਮ ਹੀ ਤੇਰੇ ਵੈਰੀ ਬਣ ਗਏ। ਪਰਮਾਤਮਾ ਵੈਰੀ ਨਹੀਂ ਉਹ ਕਿਸੇ ਦਾ ਹੈਗਾ, ਉਹ ਤੇ ਨਿਰਵੈਰ ਹੈ, ਕਿਸੇ ਨਾਲ ਵੈਰ ਕਰਦਾ ਹੀ ਨਹੀਂ। ਜਿਹੜਾ ਕਿਸੇ ਨਾਲ ਨਹੀਂ ਕਰਦਾ, ਉਹ ਤੇਰੇ ਨਾਲ ਕਿਉਂ ਕਰੇਗਾ। ਤੇ ਗੁਰਮੁਖੋ ਵੈਰ ਕੀਤਾ ਜਾਂਦਾ ਬਰਾਬਰ ਦੇ ਨਾਲ, ਵੈਰ ਕੀਤਾ ਜਾਂਦਾ ਛੋਟੇ ਦੇ ਨਾਲ। ਅਸੀਂ ਕਿਹੜੇ ਬੰਨਿਓ ਪਰਮਾਤਮਾ ਦੇ ਬਰਾਬਰ ਆ। ਸਾਡਾ ਤੇ ਕੋਈ ਵੀ ਪਾਸਾ ਪਰਮਾਤਮਾ ਦੇ ਬਰਾਬਰ ਨਹੀਂ ਪਹੁੰਚ ਸਕਦਾ, ਨਾ ਹੀ ਅਸੀਂ ਉਹਦੇ ਤੋਂ ਵੱਡੇ ਹੋ ਸਕਦੇ। ਤੇ ਫਿਰ ਸਾਡੇ ਨਾਲ ਵੈਰ ਕਰਕੇ ਉਹਨੇ ਕੀ ਲੈਣਾ। ਇਸ ਕਰਕੇ ਉਹ ਨਿਰਵੈਰ, ਕਿਸੇ ਨਾਲ ਵੈਰ ਨਹੀਂ ਕਰਦਾ।
ਪਰ ਜੇ ਤੈਨੂੰ ਦੁੱਖ ਤੇ ਸੁੱਖ ਆ ਗਿਆ ਉਹ ਤੇਰੇ ਕਰਮਾਂ ਦਾ ਹੈ, ਤੇਰੇ ਕਰਮ ਹੀ ਤੇਰੇ ਵੈਰੀ ਬਣੇ ਹੋਏ ਹਨ। ਅਕਾਲ ਮੂਰਤ ਉਹ ਪ੍ਰਮਾਤਮਾ ਦੀ ਜਿਹੜੀ ਮੂਰਤੀ ਹੈ ਨਾ, ਗੁਰਮੁਖੋ ਸਰੂਪ ਜਿਹੜਾ ਪ੍ਰਮਾਤਮਾ ਦਾ, ਉਹ ਕਾਲ ਤੋਂ ਰਹਿਤ ਹੈ। ਉਹਦੇ ਤੇ ਸਮਾਂ ਨਹੀਂ ਜਿਹੜਾ ਹੈ ਉਹ ਪਾਬੰਦ ਹੁੰਦਾ। ਸਾਡੇ ਤੇ ਸਮਾਂ ਹੈ ਨਾ, ਸਾਡਾ ਜਨਮ ਲੈਣ ਦਾ ਵੀ ਇੱਕ ਸਮਾਂ, ਵੀ ਇੰਨੇ ਮਹੀਨਿਆਂ ਬਾਅਦ ਜਨਮ ਹੋਵੇਗਾ। ਜਨਮ ਤੋਂ ਬਾਅਦ ਵਿੱਚ ਫਿਰ ਬਚਪਨ ਦਾ ਸਮਾਂ, ਜਵਾਨੀ ਦਾ ਸਮਾਂ, ਬੁਢੇਪੇ ਦਾ ਸਮਾਂ, ਸਰੀਰ ਛੱਡ ਜਾਣ ਦਾ ਸਮਾਂ। ਅਸੀਂ ਸਮੇਂ ਦੇ ਅੰਦਰ ਬੱਧੇ ਹੋਏ ਹਾਂ। ਜਿੰਨਾ ਮਰਜ਼ੀ ਕੋਈ ਯਤਨ ਕਰ ਲਵੇ, ਦੁਨੀਆ ਦੇ ਸਿਆਣੇ ਤੋਂ ਸਿਆਣਾ ਵੈਦ, ਹਕੀਮ, ਡਾਕਟਰ, ਭਾਵੇਂ ਕੋਈ ਤਾਂਤਰਿਕ ਹੈ, ਰਿੱਧੀਆਂ ਸਿੱਧੀਆਂ ਬਸ ਕਰਨ ਵਾਲਾ, ਜਿੰਨਾ ਮਰਜ਼ੀ ਕੋਈ ਤਾਕਤ ਲਾ ਦੇਵੇ, ਸਮੇਂ ਦੇ ਮੁਤਾਬਕ ਜੋ ਹੋਣਾ, ਜਵਾਨੀ ਵੀ ਆਉਣੀ ਹੈ, ਬੁਢੇਪਾ ਵੀ ਆਉਣਾ, ਮੌਤ ਵੀ ਆਉਣੀ, ਸਭ ਕੁਝ ਹੋ ਕੇ ਰਹਿਣਾ। ਕੋਈ ਵੀ ਇਹਨੂੰ ਟਾਲ ਨਹੀਂ ਸਕਦਾ। ਪਰ ਪਰਮਾਤਮਾ ਦਾ ਸਰੂਪ ਗੁਰਮੁਖੋ ਸਮੇਂ ਦੇ ਵਿੱਚ ਪਾਬੰਦ ਹੁੰਦਾ ਹੀ ਨਹੀਂ ਹੈ। ਨਾ ਉਹ ਜਨਮ ਵਿੱਚ ਆਇਆ, ਨਾ ਉਹ ਜਵਾਨੀ ਵਿੱਚ ਆਇਆ, ਨਾ ਉਹ ਬੁਢੇਪੇ ਵਿੱਚ ਆਇਆ, ਨਾ ਉਹ ਮੌਤ ਵਿੱਚ ਆਉਂਦਾ ਹੈ। ਉਹਨੂੰ ਕਿਹਾ ਜਾਂਦਾ ਪਾਰ ਬ੍ਰਹਮ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ, ਜਿਹੜਾ ਪ੍ਰਕਿਰਤੀ ਦੇ ਨਿਯਮ ਦੇ ਵਿੱਚ ਨਾ ਆਵੇ, ਕੁਦਰਤ ਦੇ ਹੁਕਮ ਦੇ ਵਿੱਚ ਜਿਹੜਾ ਨਾ ਆਵੇ, ਪਰੇ ਹੋਵੇ, ਉਹ ਹੈ ਪਰਮਾਤਮਾ। ਤਾਂ ਉਹਨੂੰ ਕਿਹਾ ਜਾਂਦਾ ਅਕਾਲ ਮੂਰਤ। ਤੇਰੀ ਜਿਹੜੀ ਮੂਰਤੀ ਹੈ ਨਾ, ਪਰਮਾਤਮਾ ਸਰੂਪ, ਉਹ ਕਾਲ ਤੋਂ ਰਹਿਤ ਹੈ, ਉਹਦੇ ਤੇ ਸਮਾਂ ਲਾਗੂ ਨਹੀਂ ਹੁੰਦਾ। ਐਸਾ ਉਹ ਪਰਮਾਤਮਾ ਹੈ, ਐਸਾ ਉਹਦਾ ਸਰੂਪ ਹੈ। ਅਜੂਨੀ ਸਹਿਬੰ, ਉਹ ਪਰਮਾਤਮਾ ਅਜੂਨੀ ਹੈ, ਜੂਨਾਂ ਵਿੱਚ ਨਹੀਂ ਆਉਂਦਾ, ਜਨਮਾਂ ਵਿੱਚ ਨਹੀਂ ਆਉਂਦਾ। ਕੌਡੇ ਰਾਖਸ਼ ਨੇ ਇੱਕ ਸੀਸਾ ਲਿਆ ਕੇ ਵੇਖਿਆ ਸੀ ਨਾ ਗੁਰੂ ਨਾਨਕ ਦੇਵ ਮਹਾਰਾਜ ਦਾ ਸਰੂਪ, ਤੇ ਕੌਡੇ ਰਾਖਸ਼ ਨੂੰ ਕੌਡੇ ਦੇ ਗੁਰੂ ਨੇ ਆਖਿਆ ਸੀ ਵੀ ਤੇਰਾ ਉਧਾਰ ਉਹਨੇ ਕਰਨਾ ਜਿਹਦੇ ਅੱਗੇ ਤੂੰ ਸੀਸਾ ਰੱਖੇਗਾ ਨਾ, ਤੇ ਉਵੇਂ ਦਾ ਹੀ ਤੈਨੂੰ ਦਿਖਾਈ ਦੇਵੇਗਾ ਜਿਵੇਂ ਦਾ ਤੇਰੇ ਸਾਹਮਣੇ ਹੋਵੇਗਾ। ਸੀਸੇ ਵਿੱਚ ਵੀ ਉੱਦਾਂ ਦਾ ਹੀ ਦਿਸੇਗਾ। ਉਹਦੇ ਤੋਂ ਬਿਨਾਂ ਬਾਕੀ ਦੁਨੀਆ ਦੇ ਲੋਕ ਜਿਹੋ ਜਿਹਾ ਉਹਨਾਂ ਦਾ ਮੂੰਹ ਹੋਵੇਗਾ, ਉਵੇਂ ਦੇ ਨਹੀਂ ਦਿਸਣਗੇ। ਕਿਉਂ? ਬਾਕੀ ਦੁਨੀਆ ਦੇ ਲੋਕ ਆਏ ਹੋਣਗੇ ਜਨਮਾਂ ਦੇ ਵਿੱਚੋਂ ਮਾਰ ਖਾ ਕੇ, ਕਰਮਾਂ ਨੂੰ ਭੋਗਣ ਵਾਸਤੇ। ਜਿਹਨੇ ਤੇਰਾ ਭਲਾ ਕਰਨਾ ਉਹ ਜਨਮਾਂ ਵਿੱਚ ਨਹੀਂ ਆਇਆ ਹੋਵੇਗਾ। ਤੇ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸਰੂਪ ਦੇਖਿਆ ਨਾ ਕੌਡੇ ਨੇ ਸੀਸੇ ਵਿੱਚ, ਚਰਨਾਂ ਤੇ ਢਹਿ ਪਿਆ, ਕਹਿਣ ਲੱਗਾ ਜੀ ਤੁਸੀਂ ਹੋ ਉਹ ਜਿਨ੍ਹਾਂ ਨੇ ਮੇਰਾ ਭਲਾ ਕਰਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਅਜੂਨੀ ਹੈ, ਸੋ ਮੁਖ ਜਲੋ ਜੋ ਕਹੇ ਠਾਕੁਰ ਜੂਨੀ। ਜਿਹੜਾ ਇਹ ਗੱਲ ਕਹਿੰਦਾ ਰੱਬ ਜਨਮਾਂ ਵਿੱਚ ਆਉਂਦਾ, ਕਹਿੰਦੇ ਉਹ ਮੂੰਹ ਹੀ ਸੜ ਜਾਵੇ, ਕਿਉਂਕਿ ਉਹ ਜਨਮਾਂ ਵਿੱਚ ਆਉਂਦਾ ਨਹੀਂ, ਉਹ ਜੂਨਾਂ ਵਿੱਚ ਆਉਂਦਾ ਨਹੀਂ ਹੈ। ਤੇ ਪਾਤਸ਼ਾਹ ਬਖਸ਼ਦੇ ਹਨ ਸਹਿਬੰ, ਫਿਰ ਪਰਮਾਤਮਾ ਸਹਿ ਭੰਗ ਹੈ। ਸਹਿ ਭੰਗ ਤੋਂ ਭਾਵ ਆਪਣੇ ਆਪ ਤੋਂ ਪ੍ਰਕਾਸ਼ ਹੋਣ ਵਾਲਾ, ਉਹਨੂੰ ਕੋਈ ਪ੍ਰਕਾਸ਼ ਨਹੀਂ ਕਰਦਾ। ਦੁਨੀਆ ਵਿੱਚ 6 ਤਰ੍ਹਾਂ ਦੀ ਜੋਤੀ ਮੰਨੀ ਹੈ, 6 ਤਰ੍ਹਾਂ ਦਾ ਪ੍ਰਕਾਸ਼ ਮੰਨਿਆ ਵਿਦਵਾਨਾਂ ਨੇ। ਪਰ ਇਹ ਜਿਹੜਾ 6 ਤਰ੍ਹਾਂ ਦਾ ਪ੍ਰਕਾਸ਼ ਹੈ ਨਾ, ਇਹ ਵੀ ਕਿਸੇ ਨਾ ਕਿਸੇ ਤੇ ਨਿਰਭਰ ਹੈ। ਪਰ ਪਰਮਾਤਮਾ ਇੱਕ ਇਹੋ ਜਿਹਾ ਜਿਹੜਾ ਕਿਸੇ ਤੇ ਨਿਰਭਰ ਨਹੀਂ ਹੈ। ਜੇ ਅੱਗ ਹੈ ਨਾ ਤੇ ਲੱਕੜਾਂ ਤੇ ਨਿਰਭਰ ਹੈ, ਲੱਕੜਾਂ ਹੋਣਗੀਆਂ ਤੇ ਅੱਗ ਬਲੇਗੀ, ਘਿਓ ਹੋਵੇਗਾ ਤੇ ਦੀਵਾ ਬਲੇਗਾ। ਇੱਕ ਦੂਜੇ ਤੇ ਨਿਰਭਰ ਨੇ ਨਾ। ਘਿਓ ਮੁੱਕ ਗਿਆ ਦੀਵਾ ਬੁਝੇਗਾ, ਲੱਕੜ ਮੁੱਕ ਗਈ ਅੱਗ ਬੁਝ ਜਾਏਗੀ। ਜੇ ਚੰਦਰਮਾ ਵੀ ਪ੍ਰਕਾਸ਼ ਕਰਦਾ ਪਿਆ ਤੇ ਸਾਇੰਸ ਅੱਜ ਇਹ ਕਹਿ ਰਹੀ ਹੈ ਵੀ ਚੰਦਰਮਾ ਪ੍ਰਕਾਸ਼ ਸੂਰਜ ਤੋਂ ਲੈ ਕੇ ਕਰਦਾ। ਜੇ ਸੂਰਜ ਦੀ ਗੱਲ ਕਰੀਏ ਤੇ ਕਹਿਣ ਲੱਗੇ ਉਹ ਵੀ ਆਪਣੇ ਆਪ ਤੋਂ ਪ੍ਰਕਾਸ਼ ਨਹੀਂ। ਤੇ ਸਾਇੰਸ ਤੇ ਵੀ ਗੱਲ ਕਹਿੰਦੀ ਹੈ ਵੀ ਇੰਨੇ ਸੈਂਕੜੇ ਸਾਲ ਜਾਂ ਇੰਨੇ ਹਜ਼ਾਰਾਂ ਸਾਲ ਹਾਲੇ ਹੋਰ ਬਲੇਗਾ ਤੇ ਫਿਰ ਬੁੱਝ ਜਾਏਗਾ। ਕਿਸੇ ਦੇ ਆਸਰੇ ਬੈਠਾ ਹੋਇਆ। ਪਰਮਾਤਮਾ ਖੁਦ ਆਪਣੇ ਆਪ ਤੋਂ ਪ੍ਰਕਾਸ਼ ਹੈ, ਕਿਸੇ ਦੇ ਆਸਰੇ ਨਹੀਂ। ਇਸ ਕਰਕੇ ਉਸ ਨੂੰ ਸਹਿ ਭੰਗ ਆਖਿਆ ਜਾਂਦਾ ਹੈ, ਜਿਹੜਾ ਕਿਸੇ ਦੇ ਆਸਰੇ ਨਹੀਂ, ਖੁਦ ਆਪਣੇ ਆਪ ਤੋਂ ਬਣਿਆ ਹੋਇਆ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਹੜਾ ਐਸਾ ਸਰੂਪ ਹੈ ਉਸ ਨੂੰ ਸਹਿ ਭੰਗ ਆਖਦੇ ਹਨ। ਗੁਰ ਪ੍ਰਸਾਦ, ਐਸੇ ਪ੍ਰਮਾਤਮਾ ਦੀ ਜੇ ਪ੍ਰਾਪਤੀ ਕਰਨੀ ਹੈ ਤੈਨੂੰ ਗੁਰੂ ਦੀ ਕਿਰਪਾ ਲੈਣੀ ਪਵੇਗੀ। ਗੁਰੂ ਕਿਰਪਾ ਬਿਨਾਂ ਪ੍ਰਾਪਤੀ ਨਹੀਂ ਹੁੰਦੀ। ਭਾਵੇਂ ਤੂੰ ਕਿੰਨਾ ਵੀ ਸਿਆਣਾ ਕਿਉਂ ਨਾ ਹੋਵੇ ਤੇ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਕਿੰਨੀ ਵੀ ਤੇਰੇ ਵਿੱਚ ਚੰਗੀ ਚਤੁਰਾਈ ਕਿਉਂ ਨਾ ਹੋਵੇ,
ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹਣਾ ਤੇ ਸੈ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਪ੍ਰਾਪਤ ਕਰੇਗਾ ਤੇ ਤਾਂ ਹੋਣਾ। ਇਹ ਗੁਰੂ ਦੇ ਕੋਲ ਪਰਮਾਤਮਾ ਨੇ ਦਾਤ ਰੱਖੀ ਹੈ। ਦੁਨੀਆ ਦੀ ਦਾਤ ਗੁਰੂ ਦੇ ਕੋਲ ਹੈ। ਜਿਹਨੂੰ ਪਰਮਾਤਮਾ ਮਿਲਣਾ ਗੁਰੂ ਦੇ ਜਰੀਏ ਮਿਲਣਾ, ਨਹੀਂ ਤੇ ਮਿਲ ਨਹੀਂ ਸਕਦਾ। ਦੁਨੀਆ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਭਾਵੇਂ ਕੋਈ ਭਗਤ ਹੋਇਆ ਤੇ ਭਾਵੇਂ ਕੋਈ ਅਵਤਾਰ ਪੈਗੰਬਰ ਹੋਇਆ, ਉਹਨਾਂ ਦੀ ਹਿਸਟਰੀ ਪੜ੍ਹੋਗੇ ਨਾ, ਇਤਿਹਾਸ ਪੜ੍ਹੋਗੇ ਤੇ ਇਹ ਬਚਨ ਜ਼ਰੂਰ ਆਵੇਗਾ ਵੀ ਉਹਨਾਂ ਨੇ ਕਿਹਨੂੰ ਗੁਰੂ ਧਾਰਨ ਕੀਤਾ ਤੇ ਫਿਰ ਜਾ ਕੇ ਪ੍ਰਾਪਤੀ ਹੋਈ। ਗੁਰੂ ਬਿਨਾਂ ਗਤ ਨਹੀਂ, ਗੁਰੂ ਬਿਨਾਂ ਬੇੜਾ ਨਹੀਂ ਬੰਨੇ ਲੱਗਣਾ। ਗੁਰੂ ਧਾਰਨ ਕਰਨਾ ਹੀ ਪੈਣਾ। ਇਹ ਕੰਨ ਫੜਨਾ ਹੀ ਪੈਣਾ, ਭਾਵੇਂ ਸਿੱਧਾ ਫੜ ਲਓ ਤੇ ਭਾਵੇਂ ਵਲ ਪਾ ਕੇ ਫੜ ਲਓ, ਉਹਨਾਂ ਚਿਰ ਗੱਲ ਬੰਨੀ ਨਹੀਂ ਹੈ। ਤੂੰ ਇਹ ਮਤਾਂ ਸੋਚ ਵੀ ਮੈਂ ਰੋਜ਼ ਕੀਰਤਨ ਸੁਣਦਾ, ਮੈਂ ਰੋਜ਼ ਕਥਾ ਸੁਣਦਾ, ਮੈਂ ਰੋਜ਼ ਪਾਠ ਕਰਦਾ, ਮੈਂ ਰੋਜ਼ ਝਾੜੂ ਫੇਰਦਾ ਤੇ ਬਸ ਗੱਲ ਬਣ ਜਾਏਗੀ। ਨਹੀਂ, ਸਕੂਲ ਦੇ ਵਿੱਚ ਜਾਂਦਾ ਭਾਵੇਂ ਤੂੰ ਰੋਜ਼ ਹੀ ਰਿਹਾ, ਪਰ ਜਿੰਨਾ ਚਿਰ ਨਾਮ ਨਹੀਂ ਨਾ ਦਾਖਲ ਕਰਵਾਉਂਦਾ ਉਹਨਾਂ ਚਿਰ ਹਾਜ਼ਰੀ ਕੋਈ ਨਹੀਂ ਉੱਥੇ ਲੱਗਣੀ। ਤੇ ਹਾਜ਼ਰੀ ਤੋਂ ਬਿਨਾਂ ਤੂੰ ਫਿਰ ਪੇਪਰਾਂ ਵਿੱਚ ਨਹੀਂ ਬੈਠੇਗਾ, ਇਮਤਿਹਾਨ ਵਿੱਚ ਬੈਠ ਨਹੀਂ ਸਕੇਗਾ। ਇਸੇ ਤਰ੍ਹਾਂ ਗੁਰਮੁਖੋ ਹਾਜ਼ਰੀ ਉਦੋਂ ਲੱਗਣੀ ਹੈ ਜਦੋਂ ਗੁਰੂ ਵਾਲਾ ਬਣਦਾ, ਜਿੰਨਾ ਚਿਰ ਨਹੀਂ ਨਾ ਬਣਦਾ। ਸਿਆਣਪਾਂ ਸਾਡੇ ਕੋਲ ਬੜੀਆਂ ਨੇ, ਪਰ ਉਹ ਸਿਆਣਪਾਂ ਕਿਤੇ ਕੰਮ ਨਹੀਂ ਆਉਣੀ। ਸੋ ਰੋ ਵਿਚਾਰ, ਆਪਾਂ ਇਹ ਬਚਨ ਸਰਵਣ ਕਰਦੇ ਪਏ ਵੀ ਗੁਰੂ ਵਾਲੇ ਬਣਨਾ ਪੈਣਾ, ਤਾਂ ਪ੍ਰਾਪਤੀ ਹੁੰਦੀ ਹੈ। ਜਿਉ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ। ਸਤਿਗੁਰੂ ਬਖਸ਼ਿਸ਼ ਕਰਦੇ ਇੱਕ ਮਹਾਤਮਾ ਤੇ ਇੱਕ ਜਗਿਆਸੂ। ਮਹਾਤਮਾ ਉਪਦੇਸ਼ ਦੇਣ ਵਾਲਾ ਜਿਹੜਾ ਮੰਜ਼ਿਲ ਤੇ ਪਹੁੰਚ ਗਿਆ, ਜਗਿਆਸੂ ਉਹ ਹੈ ਜਿਹੜਾ ਪਹੁੰਚਿਆ ਨਹੀਂ, ਪਹੁੰਚਣਾ ਚਾਹੁੰਦਾ। ਦੋਨਾਂ ਦਾ ਆਪਸ ਵਿੱਚ ਸੰਵਾਦ ਹੋ ਰਿਹਾ, ਵਿਚਾਰ ਚਰਚਾ ਹੋ ਰਹੀ, ਬਚਨ ਵਿਲਾਸ ਹੋ ਰਿਹਾ, ਆਪਸ ਵਿੱਚ ਗੋਸ਼ਟੀ ਹੋ ਰਹੀ ਹੈ। ਜਿਹੜਾ ਨਹੀਂ ਨਾ ਪਹੁੰਚਿਆ ਜਗਿਆਸੂ ਹੈ। ਜਗਿਆਸੂ ਤੋਂ ਭਾਵ ਜਗਿਆਸਾ ਰੱਖਣ ਵਾਲਾ, ਇੱਛਾ ਰੱਖਣ ਵਾਲਾ, ਚੰਗੀ ਇੱਛਾ ਰੱਖਣ ਵਾਲਾ ਵੀ ਮੈਂ ਰੱਬ ਤੱਕ ਪਹੁੰਚਣਾ ਹੈ। ਐਸਾ ਇੱਕ ਵਿਅਕਤੀ ਆ ਕੇ ਪੁੱਛਦਾ ਕਿਸੇ ਸਾਧੂ ਨੂੰ, ਕਹਿਣ ਲੱਗਾ ਮਹਾਤਮਾ ਜੀ ਇਹ ਜੀਓ ਡਰਤਾ ਹੈ ਆਪਣਾ, ਮੇਰਾ ਤੇ ਮਨ ਬੜਾ ਡਰਦਾ ਪਿਆ। ਤੇ ਡਰਿਆ ਹੋਇਆ ਮਨ ਮੈਂ ਸੋਚਦਾ ਕੈਸਿਓ ਕਰੀ ਪੁਕਾਰ, ਮੈਂ ਕਿਹਦੇ ਅੱਗੇ ਪੁਕਾਰ ਕਰਾਂ? ਕੋਈ ਇਹੋ ਜਿਹਾ ਥਾਂ ਟਿਕਾਣਾ ਦੱਸੋ ਨਾ ਜਿੱਥੇ ਪੁਕਾਰ ਕਰਾਂ ਮੇਰਾ ਡਰ ਖਤਮ ਹੋ ਜਾਵੇ। ਇਹ ਜਗਿਆਸੂ ਪੁੱਛਦਾ ਪਿਆ, ਸਿੱਖਿਆ ਲੈਣ ਵਾਲਾ, ਰੱਬ ਦੇ ਦਰ ਤੇ ਪਹੁੰਚਿਆ ਨਹੀਂ, ਪਹੁੰਚਣਾ ਚਾਹੁੰਦਾ। ਉਹ ਪੁੱਛਦਾ ਪਿਆ ਜੀਓ ਡਰਤਾ ਹੈ ਆਪਣਾ, ਮੇਰਾ ਤੇ ਮਨ ਬੜਾ ਜੀਓ, ਜੀਓ ਤੋਂ ਭਾਵ ਹੈ ਮਨ, ਮੇਰਾ ਮਨ ਡਰਤਾ ਹੈ, ਡਰਿਆ ਹੋਇਆ। ਕੈਸਿਓ ਕਰੀ ਪੁਕਾਰ, ਕਿਹਦੇ ਅੱਗੇ ਜਾ ਕੇ ਪੁਕਾਰ ਕਰਾਂ ਜਿੱਥੇ ਮੇਰਾ ਡਰ ਖਤਮ ਹੋ ਜਾਵੇ। ਇਹ ਜਗਿਆਸੂ ਨੇ ਬੇਨਤੀ ਕੀਤੀ ਹੈ। ਦੁਖ ਵਿਸਾਰਨ ਸੇਵਿਆ, ਸਦਾ ਸਦਾ ਦਾਤਾਰ। ਜਿਹੜੇ ਸੰਤ ਨੇ ਨਾ, ਮਹਾਤਮਾ ਜਿਨ੍ਹਾਂ ਦੇ ਕੋਲ ਹੋ ਗਿਆ, ਉਹਨਾਂ ਨੇ ਆਖਿਆ ਭਾਈ ਮੈਂ ਤੈਨੂੰ ਦੱਸਦਾ ਵੀ ਮੈਂ ਕੀ ਕੀਤਾ। ਜਦੋਂ ਬੰਦਾ ਆਪ ਕਾਮਯਾਬ ਹੋ ਜਾਵੇ ਨਾ, ਫਿਰ ਦੂਜੇ ਨੂੰ ਦੱਸਦਾ ਵੀ ਮੈਂ ਇਹ ਕੁਝ ਕੀਤਾ, ਤੂੰ ਵੀ ਇਹ ਕੁਝ ਕਰੇਗਾ ਤੇ ਕਾਮਯਾਬ। ਕਹਿਣ ਲੱਗੇ ਵੀ ਮੈਂ ਤੈਨੂੰ ਆਪਣਾ ਤਜਰਬਾ ਤੇਰੇ ਨਾਲ ਸਾਂਝਾ ਕਰਦਾ ਵੀ ਦੁੱਖ ਵਿਸਾਰਨ ਸੇਵਿਆ, ਮੈਂ ਆਪ ਕੀ ਕੀਤਾ ਵੀ ਜਿਹੜਾ ਦੁੱਖਾਂ ਨੂੰ ਦੂਰ ਕਰਨ ਵਾਲਾ ਪ੍ਰਮਾਤਮਾ, ਮੈਂ ਉਹਦੀ ਸੇਵਾ ਕੀਤੀ ਹੈ। ਜੋ ਸਦਾ ਸਦਾ ਦਾਤਾਰ, ਜਿਹੜਾ ਸਦਾ ਹੀ ਦਾਤਾਂ ਦੇਣ ਵਾਲਾ, ਸਦਾ ਹੀ ਦਾਤਾਂ ਦਿੰਦਾ ਪਿਆ। ਐਸਾ ਵੱਡਾ ਉਹ ਦਾਤਾ ਵੀ ਆਪਣੀ ਮਰਜ਼ੀ ਦੇ ਨਾਲ ਦਾਤ ਦਿੰਦਾ, ਕਿਸੇ ਨੂੰ ਪੁੱਛ ਕੇ ਨਹੀਂ ਦਿੰਦਾ, ਕਿਸੇ ਦੀ ਸਲਾਹ ਦੇ ਮੁਤਾਬਕ ਨਹੀਂ ਚੱਲਦਾ। ਐਸੇ ਦਾਤੇ ਨੂੰ ਜਦੋਂ ਕੰਮ ਸਲਾਹ ਵਿੱਚ ਪੈ ਜਾਂਦਾ ਹੈ ਨਾ, ਤੇ ਜਿਨ੍ਹਾਂ ਦੀ ਸਲਾਹ ਲਈ ਜਾਂਦੀ ਉਹ ਸਾਰੇ ਤੁਹਾਡੇ ਪੱਖ 'ਚ ਨਹੀਂ ਹੋਣਗੇ ਤੇ ਉਹ ਬਣਦੀ ਗੱਲ ਵਿਗਾੜ ਦੇਣਗੇ। ਆਪਾਂ ਆਮ ਹੀ ਵੇਖਦੇ ਨਾ, ਕਿਸੇ ਤੋਂ ਕੰਮ ਲੈਣਾ ਹੋਵੇ ਤੇ ਆਪਾਂ ਕਹੀਦਾ ਵੀ ਇਹਨੂੰ ਇਕੱਲੇ ਨੂੰ ਪੁੱਛਾਂਗੇ, ਹਾਂ ਨਾ ਦਾ ਪਤਾ ਲੱਗੇਗਾ। ਜੇ ਆਪਣੇ ਜੀਆਂ 'ਚ ਬੈਠਾ ਹੋਇਆ ਤੇ ਫਲਾਣੇ ਨੇ ਗੱਲ ਨਹੀਂ ਬਣ ਦੇਣੀ। ਇਹ ਅਸੀਂ ਤਜਰਬਾ ਰੱਖਿਆ ਹੋਇਆ ਨਾ ਜ਼ਿੰਦਗੀ ਦਾ, ਵੀ ਕਿਸੇ ਦੇ ਕੋਲ ਬੈਠੇਗਾ ਤੇ ਦੂਜਾ ਬੰਦਾ ਵੰਝ ਜ਼ਰੂਰ ਮਾਰੇਗਾ, ਵਿੱਚ ਬਣਦੇ ਕੰਮ ਨੂੰ ਵਿਗਾੜੇਗਾ। ਪਰਮਾਤਮਾ ਸੁਤੰਤਰ ਹੈ, ਉਹ ਕਿਸੇ ਕੋਲੋਂ ਪੁੱਛਦਾ ਹੀ ਨਹੀਂ, ਕਿਸੇ ਦੀ ਸਲਾਹ ਨਹੀਂ ਲੈਂਦਾ ਵੀ ਫਲਾਣੇ ਬੰਦੇ ਨੂੰ ਦੇਵਾਂ ਕਿ ਨਾ ਦੇਵਾਂ। ਐਸਾ ਉਹ ਦਾਤਾ ਹੈ। ਐਸੇ ਦਾਤੇ ਨੂੰ ਸਿਮਰਿਆ ਕਰ, ਯਾਦ ਕਰਿਆ ਕਰ। ਦੁੱਖ ਵਿਸਾਰਨ ਸੇਵਿਆ, ਮੈਂ ਉਸ ਦਾਤੇ ਨੂੰ ਜਿਹੜਾ ਦੁੱਖਾਂ ਨੂੰ ਵਿਸਾਰ ਕਹੀਏ ਦੂਰ ਕਰਨ ਵਾਲਾ, ਉਹਦੀ ਸੇਵਾ ਕੀਤੀ ਹੈ ਜਿਹੜਾ ਸਦਾ ਦਾਤਾਂ ਦਿੰਦਾ ਹੈ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਉਹ ਜਿਹੜਾ ਸਾਹਿਬ ਮਾਲਕ ਹੈ ਨਾ, ਨੀਤ ਨਵਾਂ, ਨਿਤਾ ਪ੍ਰਤੀ ਨਵਾਂ ਹੈ, ਰੋਜ਼ ਉਹਦਾ ਨਵਾਂ ਸਰੂਪ ਹੈ।
ਅਸੀਂ ਤੇ ਪੁਰਾਣੇ ਹੋ ਜਾਣਾ, ਬੁੱਢੇ ਹੋ ਜਾਣਾ, ਮੁੱਕ ਵੀ ਜਾਣਾ। ਸਾਡੇ ਕੋਲ ਭਾਵੇਂ ਕੱਪੜਾ, ਭਾਵੇਂ ਗਹਿਣਾ, ਭਾਵੇਂ ਘਰ ਹੈ, ਇਹ ਪੁਰਾਣੀਆਂ ਹੋਣ ਵਾਲੀਆਂ ਚੀਜ਼ਾਂ। ਪਰ ਇੱਕ ਪ੍ਰਮਾਤਮਾ ਇਹੋ ਜਿਹਾ ਹੈ, ਸਾਹਿਬ ਮੇਰਾ ਨੀਤ ਨਵਾਂ, ਨਿਤਾ ਪ੍ਰਤੀ ਨਵਾਂ, ਹਰ ਰੋਜ਼ ਨਵਾਂ, ਹਰ ਵੇਲੇ ਨਵੀਆਂ ਦਾਤਾਂ ਦਿੰਦਾ। ਤੇ ਸਾਨੂੰ ਵੀ ਉਹ ਦਾਤਾਂ ਦਿੰਦਾ ਪਿਆ। ਸਾਹ ਚੱਲਦੇ ਪਏ ਨਾ ਸਾਡੇ ਅੰਦਰ, ਰੋਜ਼ ਹਰ ਵੇਲੇ ਨਵੇਂ ਤੋਂ ਨਵਾਂ ਸਾਹ ਆਉਂਦਾ, ਉਹੀ ਨਹੀਂ ਦੁਬਾਰਾ ਸਾਨੂੰ ਉਹ ਦਿੰਦਾ। ਕਹਿਣ ਲੱਗੇ ਸਾਹਿਬ ਮੇਰਾ ਨੀਤ ਨਵਾਂ, ਸਾਡਾ ਸਾਹਿਬ ਮਾਲਕ ਪਰਮਾਤਮਾ ਨਿਤਾ ਪ੍ਰਤੀ ਨਵਾਂ ਹੈ, ਸਦਾ ਸਦਾ ਦਾਤਾਰ, ਜੁਗਾਂ ਜੁਗਾਂ ਤੋਂ ਦਾਤਾਂ ਦਿੰਦਾ ਆਇਆ, ਜੁਗਾਂ ਜੁਗਾਂ ਤੱਕ ਉਹ ਦਾਤਾ ਬਣ ਕੇ ਦਾਤਾਂ ਦਿੰਦਾ ਰਹੇਗਾ। ਐਸਾ ਉਹ ਪਰਮਾਤਮਾ। ਮਹਾਤਮਾ ਦੱਸਦੇ ਪਏ ਜਗਿਆਸੂ ਨੂੰ। ਜਗਿਆਸੂ ਨੇ ਆ ਕੇ ਆਖਿਆ ਮੇਰਾ ਮਨ ਬੜਾ ਡਰਦਾ ਪਿਆ, ਮੈਂ ਕਿਹਦੇ ਅੱਗੇ ਪੁਕਾਰ ਕਰਾਂ। ਮਹਾਤਮਾ ਕਹਿਣ ਲੱਗੇ ਪੁਕਾਰ ਕਰਨੀ ਹੈ ਤੇ ਉਹਦੇ ਅੱਗੇ ਕਰ ਜਿਹੜਾ ਸਦਾ ਵਾਸਤੇ ਦਾਤਾਂ ਦੇਣ ਵਾਲਾ ਹੈ। ਰਹਾਉ ਅੰਦਨ ਸਾਹਿਬ ਸੇਵੀਐ, ਅੰਤ ਛਡਾਏ ਸੋਏ। ਦਿਨੇ ਰਾਤ ਉਸ ਸਾਹਿਬ ਦੀ ਸੇਵਾ ਕਰੀਏ ਜਿਹਨੇ ਅੰਤ ਨੂੰ ਛਡਾ ਲੈਣਾ। ਤੇ ਜੇ ਸੇਵਾ ਨਹੀਂ ਨਾ ਕਰਾਂਗੇ ਤੇ ਅੰਤ ਨਾ ਸਾਹਿਬ ਸਿਮਰਿਆ ਜਾਈ। ਕਈ ਵਾਰੀ ਸਾਡਾ ਕੀ ਵਿਚਾਰ ਹੁੰਦਾ ਵੀ ਸਾਰੀ ਉਮਰ ਮਾੜੇ ਕੰਮ ਕਰੋ, ਜਦੋਂ ਜਮ ਆ ਜਾਣਗੇ ਨਾ ਫਿਰ ਅਸੀਂ ਰਾਮ ਰਾਮ ਕਰਨ ਲੱਗ ਪਾਂਗੇ। ਕਿਉਂਕਿ ਗੁਰਬਾਣੀ ਕਹਿੰਦੀ ਹੈ ਵੀ ਜਿਹੜਾ ਅੰਤ ਵੇਲੇ ਨਾਮ ਜਪੇਗਾ ਤੇ ਨਾਮ ਛਡਾ ਲਵੇਗਾ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਅੰਤ ਨਾ ਸਾਹਿਬ ਸਿਮਰਿਆ ਜਾਏ। ਅੰਤ ਵੇਲੇ ਤੇਰੇ ਕੋਲੋਂ ਸਾਹਿਬ ਦਾ ਨਾਮ ਨਿਕਲਣਾ ਹੀ ਨਹੀਂ, ਤੇਰਾ ਗਲਾ ਹੀ ਪਹਿਲਾਂ ਬੰਦ ਹੋ ਜਾਣਾ, ਜ਼ੁਬਾਨ ਪਹਿਲਾਂ ਬੰਦ ਹੋ ਜਾਣੀ ਹੈ। ਜਮਾਂ ਨੇ ਦਰਸ਼ਨ ਬਾਅਦ ਵਿੱਚ ਦੇਣੇ, ਪਹਿਲਾਂ ਘੁੱਟਣਾ ਹੀ ਗਲਾ ਆ ਕੇ ਉਹਨਾਂ ਨੇ ਰਾਮ ਕਹਿਣ ਹੀ ਨਹੀਂ ਦੇਣਾ। ਕਿਉਂਕਿ ਜਿਹੜਾ ਸਾਰੀ ਜ਼ਿੰਦਗੀ ਨਹੀਂ ਕਿਹਾ ਉਹ ਤੈਨੂੰ ਅਖੀਰ ਵਾਰੀ ਥੋੜ੍ਹੀ ਹੋਵੇਗਾ ਤੇਰੇ ਕੋਲੋਂ। ਪਹਿਲਾਂ ਜਪ ਜੇ ਜਪਿਆ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਣਦਿਨ ਸਾਹਿਬ ਸੇਵੀ ਹੈ। ਅਸੀਂ ਤੇ ਪੁੱਛਦੇ ਰਹਿੰਦੇ ਨਾ ਬਾਣੀ ਕਦੋਂ ਪੜ੍ਹੀਏ, ਨਾਮ ਕਦੋਂ ਜਪੀਏ। ਮਹਾਰਾਜ ਕਹਿੰਦੇ ਅਨ ਦਿਨ, ਦਿਨੇ ਰਾਤ, ਜਦੋਂ ਮਰਜੀ। ਇਕੱਲਾ ਪੁੱਛਣ ਤੱਕ ਸੀਮਤ ਨਾ ਰਹਿ, ਕਮਾਈ ਕਰ। ਅਣਦਿਨ ਸਾਹਿਬ ਸੇਵੀ ਹੈ, ਉਹ ਸਾਹਿਬ ਦੀ ਸੇਵਾ ਕਰ ਮਾਲਕ ਦੀ। ਅੰਤ ਛਡਾਏ ਸੋਏ, ਜਿਸ ਨੇ ਤੈਨੂੰ ਅੰਤ ਵੇਲੇ ਛਡਾਉਣਾ ਜਮਾਂ ਦੇ ਕੋਲੋਂ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਜਦੋਂ ਤੇਰਾ ਅੰਤ ਹੋ ਗਿਆ ਨਾ, ਤੇਰੇ ਹੱਥ ਖੜੇ ਹੋ ਗਏ ਨਾ ਵੀ ਮੇਰੇ ਪੱਲੇ ਹੁਣ ਕੱਖ ਨਹੀਂ ਰਹਿ ਗਿਆ, ਮੈਂ ਨਹੀਂ ਹੁਣ ਛੁੱਟ ਸਕਦਾ, ਪਰਮਾਤਮਾ ਕਰ ਕਿਰਪਾ। ਜਦੋਂ ਤੇਰਾ ਅੰਤ ਹੋ ਗਿਆ ਨਾ ਤੇਰੇ ਬਲ ਦਾ, ਉਦੋਂ ਤੈਨੂੰ ਉਹ ਛਡਾ ਲੈਗਾ, ਬੋੜ ਪਵੇਗਾ ਉੱਥੇ ਆ ਕੇ। ਕਿਵੇਂ ਬੋੜੇਗਾ? ਜਿਵੇਂ ਭਗਤ ਪ੍ਰਹਿਲਾਦ ਨੂੰ ਉਹਨੇ ਆਖਿਆ ਵੀ ਹੁਣ ਬਸ ਸਮਰੱਥਾ ਖਤਮ ਹੋ ਗਈ, ਉਸੇ ਵੇਲੇ ਪ੍ਰਗਟ ਹੋਏ ਪਰਮਾਤਮਾ। ਤੇ ਜਿਵੇਂ ਦ੍ਰੋਪਦੀ ਨੇ ਆਖਿਆ ਪਰਮਾਤਮਾ ਹੁਣ ਮੇਰੇ ਕੋਲ ਤਾਕਤ ਕੋਈ ਨਹੀਂ ਰਹਿ ਗਈ, ਮੈਨੂੰ ਨੰਗਿਆਂ ਕਰ ਦੇਣ ਲੱਗੇ, ਉਸੇ ਵੇਲੇ ਪ੍ਰਗਟ ਹੋ ਗਏ। ਜਦੋਂ ਤੇਰੇ ਬਲ ਦਾ, ਤੇਰੀ ਤਾਕਤ ਦਾ ਅੰਤ ਹੋ ਜਾਏਗਾ ਤੈਨੂੰ ਛੁਡਾ ਲਵੇਗਾ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਜਦੋਂ ਤੇਰੇ ਸਰੀਰ ਦਾ ਅੰਤ ਹੋਵੇਗਾ ਉਦੋਂ ਜਮਾਂ ਕੋਲੋਂ ਛੁਡਾ ਲੈਂਦਾ ਹੈ। ਸੁਣ ਸੁਣ ਮੇਰੀ ਕਾਮਣੀ, ਪਾਰ ਉਤਾਰਾ ਹੋਏ। ਐ ਕਾਮਣੀ ਜਗਿਆਸੂ ਰੂਪ ਇਸਤਰੀ ਸੁਣ, ਜਿਨ੍ਹਾਂ ਨੇ ਉਹਦੇ ਨਾਮ ਨੂੰ ਸੁਣਿਆ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ। ਗ੍ਰੰਥਾਂ ਵਿੱਚ ਲਿਖਿਆ, ਸ਼ਾਸਤਰਾਂ ਵਿੱਚ ਲਿਖਿਆ ਕਿ ਜਿਹੜੇ ਉਹਦੇ ਨਾਮ ਨੂੰ ਸੁਣਦੇ ਨੇ ਜੀਵ ਇਸਤਰੀਆਂ ਜਿਹੜੀਆਂ, ਉਹਨਾਂ ਦਾ ਪਾਰ ਉਤਾਰਾ ਹੋ ਗਿਆ, ਫਿਰ ਬਖਸ਼ਦੇ ਹਨ। ਸੁਣ ਸੁਣ ਮੇਰੀ ਕਾਮਣੀ, ਪਾਰ ਉਤਾਰਾ ਹੋਏ। ਸਤਿਗੁਰੂ ਬਖਸ਼ਦੇ ਐ ਭਾਈ, ਸਾਡੀ ਬੇਨਤੀ ਸੁਣ। ਇਹ ਕਥਾ ਦੇ ਵਿੱਚ ਆਪਾਂ ਸੁਣਦੇ ਪਏ ਨਾ ਗੁਰੂ ਦੀ ਗੱਲ, ਇਸ ਗੱਲ ਨੂੰ ਸੁਣ। ਕਿਸੇ ਮਹਾਤਮਾ ਦੇ ਕੋਲ ਜਾਣਾ ਤੇ ਉਹਨਾਂ ਦੇ ਕੋਲੋਂ ਉਪਦੇਸ਼ ਸੁਣ, ਸੁਣ ਕੇ ਉਪਦੇਸ਼ ਫਿਰ ਪਰਮਾਤਮਾ ਦੇ ਨਾਮ ਨੂੰ ਸੁਣ। ਕਿਉਂਕਿ ਉਪਦੇਸ਼ ਵਿੱਚ ਗੱਲ ਹੀ ਇਹ ਹੋਣੀ ਹੈ ਵੀ ਰੱਬ ਦਾ ਨਾਮ ਸੁਣੋ, ਰੱਬ ਦਾ ਨਾਮ ਪੜ੍ਹੋ। ਕਹਿਣ ਲੱਗੇ ਉਪਦੇਸ਼ ਲੈਣ ਦਾ ਫਾਇਦਾ ਤਾਂ ਹੈ, ਕਥਾ ਕੀਰਤਨ ਸੁਣਦਾ ਪਿਆ, ਲਾਭ ਵੱਡਾ ਤਾਂ ਪ੍ਰਾਪਤ ਹੋਣਾ ਹੈ। ਇਹਦੇ ਵਿੱਚ ਉਪਦੇਸ਼ ਇਹ ਆ ਗਿਆ ਵੀ ਪਰਮਾਤਮਾ ਦਾ ਨਾਮ ਸੁਣ। ਜਦੋਂ ਨਾਮ ਸੁਣੇਗਾ ਪਾਰ ਉਤਾਰਾ ਹੋਏ। ਇਹ ਜੀਵ ਇਸਤਰੀਏ ਤੇਰਾ ਸੰਸਾਰ ਤੋਂ ਪਾਰ ਉਤਾਰਾ ਹੋ ਜਾਏਗਾ। ਭਵਜਲ ਡੁੱਬਦੇ ਕੱਢ ਲੈ, ਸਤਿਗੁਰੂ ਐਸੀ ਕਿਰਪਾ ਕਰਕੇ ਕੱਢ ਲੈਂਦੇ ਹਨ। ਦਇਆਲ ਤੇਰਾ ਨਾਮ ਤਰਾ, ਬੇਨਤੀ ਕਰ ਐ ਦਿਆਲੂ ਪਰਮਾਤਮਾ, ਤੇਰਾ ਨਾਮ ਜਪ ਕੇ ਸੰਸਾਰ ਤੋਂ ਤਰਾਂ ਕਹੀਏ ਤਰਨਾ ਹੁੰਦਾ। ਇੱਕ ਤੇਰਾ ਨਾਮ ਹੀ ਇਹੋ ਜਿਹਾ ਹੈ ਜਿਹੜਾ ਸੰਸਾਰ ਤੋਂ ਤਾਰ ਸਕਦਾ ਹੈ। ਦਇਆਲ ਐ ਦਿਆਲੂ ਪਰਮਾਤਮਾ, ਤੇਰਾ ਨਾਮ ਤਰਾਂ, ਤੇਰੇ ਨਾਮ ਨੂੰ ਜਪ ਕੇ ਸੰਸਾਰ ਤੋਂ ਮੈਂ ਤਰ ਜਾਵਾਂ।
ਕਰਨਾ ਹੁੰਦਾ ਹੈ, ਕਿਰਪਾ ਕਰ। ਸਦ ਕੁਰਬਾਨ ਇਸ ਕਰਕੇ ਜਾਓ। ਮੈਂ ਸਦਾ ਤੇਰੇ ਤੋਂ ਕੁਰਬਾਨ ਜਾਂਦਾ, ਸਦਕੇ ਜਾਂਦਾ, ਵਾਰੀ ਜਾਂਦਾ, ਬਲਿਹਾਰ ਜਾਂਦਾ, ਜਿਹਦਾ ਐਸਾ ਨਾਮ ਸੰਸਾਰ ਤੋਂ ਤਾਰਨ ਵਾਲਾ ਹੈ। ਰਹਾਉ ਸਰਬੰ ਸਾਚਾ ਏਕ ਹੈ, ਦੂਜਾ ਨਾਹੀ ਕੋਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਪਰਮਾਤਮਾ ਭਾਈ ਸੱਚਾ ਹੈ, ਸਰਬੰਗ ਸੱਚ, ਸਰਬੰਗ ਸਾਰਿਆਂ ਵਿੱਚ ਸੱਚਾ ਪ੍ਰਮਾਤਮਾ ਇੱਕੋ ਹੀ ਹੈ। ਉਹਦੇ ਬਿਨਾ ਦੂਜੀ ਨਾ ਕੋਈ ਜਗ੍ਹਾ ਹੈ ਤੇ ਨਾ ਕੋਈ ਦੂਜੀ ਥਾਂ ਹੈ ਜਿੱਥੇ ਉਹ ਨਹੀਂ ਹੈ। ਉਹ ਸਾਰਿਆਂ ਵਿੱਚ ਪ੍ਰਮਾਤਮਾ ਇੱਕ ਹੀ ਹੈ, ਉਹਦੇ ਬਿਨਾ ਕੋਈ ਦੂਜਾ ਨਹੀਂ ਹੈ। ਤਾਂ ਕੀ ਸੇਵਾ ਸੋ ਕਰੇ, ਜਾਂ ਕੋ ਨਦਰ ਕਰੇ। ਜਿਹਦੇ ਉੱਪਰ ਉਹ ਕਿਰਪਾ ਕਰਦਾ, ਉਹਦੀ ਸੇਵਾ ਕੌਣ ਕਰਦਾ? ਕਈ ਵਾਰੀ ਅਸੀਂ ਝਾੜੂ ਫੇਰ ਦਈਏ, ਚਾਦਰ ਝਾੜ ਦਈਏ, ਧੋ ਦਈਏ, ਕੋਈ ਨਿੱਕਾ ਮੋਟਾ ਕੰਮ, ਕੋਈ ਬਰਤਨ ਭਾਂਡਾ ਮਾਂਜ ਦਈਏ, ਲੰਗਰ ਵਿੱਚ ਪ੍ਰਸ਼ਾਦਾ ਬਣਾ ਦਈਏ, ਅਸੀਂ ਸੋਚਦੇ ਮੈਂ ਸੇਵਾ ਕਰਕੇ ਆਇਆ। ਮਹਾਰਾਜ ਕਹਿਣ ਲੱਗੇ ਨਹੀਂ, ਤਾਂ ਕਿ ਸੇਵਾ ਸੋ ਕਰੇ, ਉਸ ਪਰਮਾਤਮਾ ਦੀ ਸੇਵਾ ਜਾਂ ਉਹਦੀ ਸੰਗਤ ਦੀ ਸੇਵਾ ਉਹ ਕਰਦਾ ਹੈ ਜਾ ਕੋ ਨਦਰ ਕਰੇ, ਜਿਹਦੇ ਉੱਪਰ ਪਰਮਾਤਮਾ ਮਿਹਰ ਕਰੇ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਸੇਵਾ ਉਹ ਕਰਦਾ ਹੈ ਜਿਹਦੇ ਤੋਂ ਤੂੰ ਕਰਾਉਂਦਾ। ਇਹ ਨਾ ਕਿਹਾ ਕਰ ਵੀ ਮੈਂ ਸੇਵਾ ਕਰਕੇ ਆਇਆ, ਮੈਂ ਕੀਤੀ ਹੈ, ਮੇਰੇ ਕੋਲੋਂ ਕਰਵਾਈ ਗਈ ਹੈ। ਬੱਚਾ ਨਾ ਕੰਮ ਕਰਨਾ ਚਾਹੇ ਤੇ ਮਾਂ-ਬਾਪ ਕੰਨ ਤੋਂ ਫੜ ਕੇ ਲਾ ਦਿੰਦੇ ਵੀ ਚੱਲ ਕਰਨੀ ਤੇ ਮਾਰ ਪਵੇਗੀ। ਬੱਚਾ ਪੜ੍ਹਨਾ ਨਾ ਚਾਹਵੇ ਤੇ ਟੀਚਰ ਡੰਡਾ ਚੁੱਕ ਲੈਂਦਾ ਵੀ ਚੱਲ ਪੜ੍ਹ। ਹੁਣ ਪੜ੍ਹਿਆ ਤੇ ਡੰਡੇ ਦੇ ਡਰ ਨਾਲ ਹੈ ਨਾ, ਮਾਂ-ਬਾਪ ਦੇ ਡਰ ਨਾਲ। ਤੇ ਪੜ੍ਹਨ ਤੋਂ ਬਾਅਦ ਵਿੱਚ ਆਖਦਾ ਮੈਂ ਪੜ੍ਹ ਕੇ ਆਇਆ। ਤੂੰ ਕਾਹਦਾ ਪੜ੍ਹ ਕੇ ਆਇਆ? ਤੈਨੂੰ ਡੰਡੇ ਨੇ ਪੜ੍ਹਾਇਆ। ਉਹੀ ਹਾਲਤ ਸਾਡੀ ਹੈ। ਤੂੰ ਆਪਣੇ ਆਪ ਸੇਵਾ ਨਹੀਂ ਕਰ ਸਕਦਾ, ਜੇ ਤੂੰ ਕਰਦਾ ਪਿਆ ਤੇਰੇ ਕੋਲੋਂ ਕਰਵਾਈ ਗਈ ਹੈ। ਐਸੀ ਬਿਰਤੀ ਬਣਾ, ਐਸਾ ਸੁਭਾਅ ਬਣਾਉਣਾ ਕਰ। ਤੁਧ ਬਾਜ ਪਿਆਰੇ ਕੇਵ ਰਹਾ। ਬੇਨਤੀ ਕਰ ਹੈ ਪਰਮਾਤਮਾ, ਮੈਂ ਤੇਰੇ ਬਿਨਾ ਕਿਵੇਂ ਰਹਿ ਸਕਦਾ? ਰਹਿ ਕੋਈ ਨਹੀਂ ਹੋ ਸਕਦਾ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੇ ਤੁਧ ਭਗਵੰਤਾ। ਇਹ ਬੇਨਤੀ ਕਰਿਆ ਕਰ ਵੀ ਤੇਰੇ ਬਿਨਾ ਮੈਂ ਰਹਿ ਨਹੀਂ ਸਕਦਾ। ਹਾਂ ਸਾ ਵਡਿਆਈ ਦੇ, ਜਿਤ ਨਾਮ ਤੇਰੇ ਲਾਗ ਰਹਾ। ਮੈਨੂੰ ਨਾਮ ਦੀ ਵਡਿਆਈ ਦੇ, ਜਿਸ ਨਾਮ ਦੇ ਨਾਲ ਮੈਂ ਜੁੜਿਆ ਰਹਾਂ। ਸਾ ਵਡਿਆਈ ਦੇ, ਮੈਨੂੰ ਸਾ ਕਹੀਏ ਉਹ ਵਡਿਆਈ ਬਖਸ਼ਿਸ਼ ਕਰ ਜਿਹੜੀ ਵਡਿਆਈ ਤੇਰੇ ਨਾਮ ਦੇ ਨਾਲ ਜੋੜ ਕੇ ਰੱਖੇ। ਉਹ ਨਾ ਮਿਲੇ ਜਿਹੜੀ ਤੇਰੇ ਨਾਮ ਨਾਲੋਂ ਤੋੜ ਦੇਵੇ। ਦੁਨੀਆ ਦਾ ਮਾਣ ਹੰਕਾਰ ਤੇ ਫੁਕਰਾਪੁਣਾ ਨਹੀਂ ਮੈਨੂੰ ਚਾਹੀਦਾ, ਮੈਨੂੰ ਤੇ ਨਿਮਰਤਾ ਚਾਹੀਦੀ। ਐਸੀਆਂ ਵਡਿਆਈਆਂ ਬਖਸ਼ਿਸ਼ ਕਰ ਆਪਣੇ ਨਾਮ ਦੀਆਂ, ਜਿਹਦੇ ਕਰਕੇ ਮੈਂ ਤੇਰੇ ਨਾਮ ਦੇ ਨਾਲ ਜੁੜਿਆ ਰਹਿਣਾ ਕਰਾਂ। ਦੂਜਾ ਨਾਹੀ ਕੋਏ, ਜਿਸ ਆਗੇ ਪਿਆਰੇ ਜਾਏ ਕਹਾ। ਤੇਰੇ ਤੋਂ ਬਿਨਾ ਦੂਜੀ ਕੋਈ ਜਗ੍ਹਾ ਹੀ ਨਹੀਂ। ਫਰਿਆਦ ਕਰੀਏ ਤੇ ਕਰੀਏ ਕਿੱਥੇ? ਕਿਉਂਕਿ ਫਰਿਆਦ ਤੇਰੇ ਬਿਨਾ ਕਿਸੇ ਕੋਲ ਹੋ ਨਹੀਂ ਸਕਦੀ ਹੈ, ਕਿਉਂਕਿ ਦੂਜਾ ਕੋਈ ਹੈ ਨਹੀਂ ਤੇਰੇ ਕੀਤੇ ਨੂੰ ਮਿਟਣ ਵਾਲਾ। ਤੁਝ ਬਾਝ ਪਿਆਰੇ ਕੇਵ ਰਹਾ, ਤੇਰੇ ਤੋਂ ਬਿਨਾ ਕਿਵੇਂ ਮੈਂ ਰਹਿ ਸਕਦਾ? ਦੂਜਾ ਨਾ ਹੀ ਕੋਏ, ਤੇਰੇ ਬਿਨਾ ਦੂਜਾ ਕੋਈ ਹੈ ਹੀ ਨਹੀਂ ਜਿਸ ਦੇ ਕੋਲ ਜਾ ਕੇ ਮੈਂ ਆਪਣੀ ਫਰਿਆਦ ਕਹਿਣਾ ਕਰਾਂ, ਦੁੱਖ ਦੱਸਣਾ ਕਰਾਂ। ਕੋਈ ਇਹੋ ਜਿਹਾ ਮੇਰੀ ਨਜ਼ਰ ਵਿੱਚ ਨਹੀਂ ਹੈ। ਰਹਾਉ ਸੇਵੀ ਸਾਹਿਬ ਆਪਣਾ, ਅਵਰ ਨਾ ਜਾਂਚੋ ਕੋਏ। ਉਹ ਸਾਹਿਬ ਨੂੰ ਆਪਣਾ ਜਾਣ ਕੇ, ਖੁਦ ਦਾ ਮਾਲਕ ਜਾਣ ਕੇ, ਪਰਮਾਤਮਾ ਕਿਸੇ ਦਾ ਨਹੀਂ ਹੈ। ਅਸੀਂ ਮੰਦਰ ਜਾਂਦੇ ਤੇ ਤਾਂ ਵੀ ਕਿਸੇ ਤੇ ਅਹਿਸਾਨ ਕਰਦੇ, ਗੁਰਦੁਆਰੇ ਆਉਂਦੇ ਤਾਂ ਵੀ ਅਹਿਸਾਨ ਕਰਦੇ। ਕੋਈ ਮਾਂ-ਬਾਪ ਤੇ ਅਹਿਸਾਨ ਕਰਦਾ, ਮੈਂ ਗੁਰਦੁਆਰੇ ਚੱਲਿਆ। ਕੋਈ ਆ ਕੇ ਗੁਰਦੁਆਰੇ ਤੇ ਅਹਿਸਾਨ ਕਰਦਾ ਵੀ ਮੈਂ ਗੁਰਦੁਆਰੇ ਗੁਰੂ ਕੋਲ ਆਇਆ। ਮਹਾਰਾਜ ਕਹਿਣ ਲੱਗੇ ਨਹੀਂ, ਸੇਵੀ ਸਾਹਿਬ ਆਪਣਾ, ਸਾਹਿਬ ਨੂੰ ਆਪਣਾ ਜਾਣ ਕੇ ਵੀ ਇਹ ਮੇਰੇ ਖੁਦ ਦਾ ਮਾਲਕ ਹੈ, ਇਹ ਮੇਰਾ ਮਾਲਕ ਤੇ ਮੈਂ ਇਹਦਾ ਸੇਵਕ। ਆਪਣਾ ਜਾਣ। ਇਹ ਸਾਹਿਬ ਤੇਰਾ ਇਹ ਨਹੀਂ ਵੀ ਤੂੰ ਆਖੇ ਵੀ ਇਹ ਤੇ ਮਾਂ-ਬਾਪ ਦਾ ਸਾਹਿਬ ਹੈ, ਮੈਂ ਤੇ ਅੱਗੇ ਹੋ ਗਿਆ, ਇਹ ਤੇ ਫਲਾਣੇ ਦਾ ਸਾਹਿਬ। ਨਹੀਂ, ਇਹਨੂੰ ਆਪਣਾ ਸਾਹਿਬ ਜਾਣ ਵੀ ਇਹ ਮੇਰਾ ਮਾਲਕ ਖੁਦ ਦਾ, ਮੇਰੇ ਖੁਦ ਦਾ ਇਹ ਮਾਲਕ ਹੈ, ਮੈਂ ਇਹਦਾ ਸੇਵਕ ਹਾਂ। ਸੇਵੀ ਸਾਹਿਬ ਆਪਣਾ, ਆਪਣਾ ਜਾਣ ਕੇ ਉਹਦੀ ਸੇਵਾ ਕਰ। ਅਵਰ ਨਾ ਜਾਂਚੋ ਕੋਏ, ਬੇਨਤੀ ਕਰ ਵੀ ਤੇਰੇ ਬਿਨਾ ਮੈਨੂੰ ਕੋਈ ਦੂਜਾ ਚਾਹੀਦਾ ਨਹੀਂ ਹੈ, ਨਾ ਮੈਂ ਕਿਸੇ ਦੂਜੇ ਕੋਲੋਂ ਜਾ ਕੇ ਕੋਈ ਚੀਜ਼ ਮੰਗਣੀ ਹੈ। ਨਾਨਕ ਤਾਂ ਕਾ ਦਾਸ ਹੈ, ਬਿੰਦ ਬਿੰਦ ਚੁਕ ਚੁਕ ਹੋਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਸੀਂ ਤੇਰੇ ਦਰ ਦੇ ਦਾਸ ਹਾਂ, ਸੇਵਕ ਹਾਂ। ਬਿੰਦ ਬਿੰਦ, ਬਿੰਦ ਬਿੰਦ ਸਮਾਂ, ਥੋੜਾ ਥੋੜਾ ਸਮਾਂ, ਬਿੰਦ ਬਿੰਦ ਸਮੇਂ ਦੇ ਵਿੱਚ
ਚੋਖ ਚੋਖ ਤੇਰੇ ਤੋਂ ਕੁਰਬਾਨ ਜਾਂਦੇ ਆ, ਸਦਕੇ ਜਾਂਦੇ ਆ। ਜਿੰਨੇ ਮੈਂ ਸਾਹ ਲੈਂਦਾ ਪਿਆ ਨਾ, ਵਾਰ ਨੇ ਬਲਿਹਾਰ ਨੇ ਲੱਖ ਵਰੀਆ, ਨਾਮੋ ਹੋ ਨਾਮ ਸਾਹਿਬ ਕੋ ਪ੍ਰਾਨ ਆਧਰਿਆ। ਜਿਹੜਾ ਪ੍ਰਾਣਾਂ ਦਾ ਆਸਰਾ, ਉਹਦੇ ਤੋਂ ਬਲਿਹਾਰ ਜਾਈਏ। ਕਦੋਂ ਜਾਈਏ? ਬਿੰਦ ਬਿੰਦ ਚੁੱਕ ਚੁੱਕ, ਹਰੇਕ ਬਿੰਦ ਬਿੰਦ ਸਮੇਂ ਦੇ ਵਿੱਚ। ਤੇ ਚੁੱਕ ਚੁੱਕ ਕਹੀਏ ਕੁਰਬਾਨ ਹੋਣਾ ਕਰ, ਸਦਕੇ ਜਾਣਾ ਕਰ, ਐਸੀ ਬੇਨਤੀ ਕਰਿਆ ਕਰ। ਸਾਹਿਬ ਤੇਰੇ ਨਾਮ ਮਿਟੋ, ਬਿੰਦ ਬਿੰਦ ਚੁੱਕ ਚੁੱਕ ਹੋਏ। ਐ ਸਾਹਿਬ ਮਾਲਕ ਪਰਮਾਤਮਾ, ਮੈਂ ਤੇਰੇ ਨਾਮ ਤੋਂ ਬਿੰਦ ਬਿੰਦ, ਹਰੇਕ ਸਮੇਂ ਦੇ ਵਿੱਚ, ਹਰੇਕ ਸਮੇਂ ਦੇ ਵਿੱਚ, ਇੱਕ ਮਿੰਟ ਦੇ ਵਿੱਚ, ਇੱਕ ਸਕਿੰਟ ਦੇ ਵਿੱਚ, ਇੱਕ ਚਸੇ ਦੇ ਵਿੱਚ, ਇੱਕ ਪਲ ਦੇ ਵਿੱਚ, ਇੱਕ ਨਿਮਖ ਦੇ ਵਿੱਚ, ਇੱਕ ਘੜੀ ਦੇ ਵਿੱਚ ਤੇਰੇ ਤੋਂ ਕਹੀਏ ਬਲਿਹਾਰ ਜਾਂਦਾ ਹਾਂ। ਸਾਹਿਬ ਤੇਰੇ ਨਾਮ ਵਿਟੋਂ, ਤੇਰੇ ਨਾਮ ਤੋਂ ਬਿੰਦ ਬਿੰਦ ਕਰਕੇ ਬਲਿਹਾਰ ਗਿਆ। ਤੇ ਚੁੱਕ ਚੁੱਕ ਤੋਂ ਭਾਵ ਗੁਰਮੁਖੋ ਟੁਕੜੇ ਟੁਕੜੇ ਹੋ ਕੇ ਮੇਰੇ ਸਰੀਰ ਦਾ ਟੁਕੜਾ ਟੁਕੜਾ ਹੋ ਜਾਵੇ, ਤਾਂ ਵੀ ਤੇਰੇ ਨਾਮ ਤੋਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ, ਸਦਕੇ ਜਾਵਾਂ। ਐਸਾ ਤੇਰਾ ਨਾਮ ਹੈ। ਸਾਹਿਬ ਤੇਰੇ ਨਾਮ ਵਿਟੋਂ ਬਿੰਦ ਬਿੰਦ ਚੁੱਕ ਚੁੱਕ ਹੋਏ। ਤੇਰੇ ਨਾਮ ਦੇ ਉੱਪਰੋਂ ਕੁਰਬਾਨ ਜਾਵਾਂ, ਸਦਕੇ ਜਾਵਾਂ, ਬਿੰਦ ਬਿੰਦ ਸਮੇਂ ਦੇ ਵਿੱਚ ਸਰੀਰ ਦਾ ਟੁਕੜਾ ਟੁਕੜਾ ਹੋ ਕੇ। ਐਸਾ ਤੇਰਾ ਵੱਡਾ ਨਾਮ, ਐਸਾ ਮੈਂ ਬਲਿਹਾਰ ਜਾਣਾ ਕਰਾਂ। ਇਹ ਮੇਰੇ 'ਤੇ ਕਿਰਪਾ ਕਰ, ਮੈਂ ਤੇਰੇ ਨਾਮ ਨੂੰ ਜਪਾਂ, ਮੇਰਾ ਭਲਾ ਹੋ ਜਾਵੇ। ਇਹ ਨਾਮ ਦੀ ਮਹਿਮਾ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਸਾਹਿਬ ਸੇਵੀ ਸਾਹਿਬ ਆਪਣਾ, ਅਵਰ ਨ ਜਾਂਚੋ ਕੋਏ। ਨਾਨਕ ਤਾਂ ਕਾ ਦਾਸ ਹੈ, ਬਿੰਦ ਬਿੰਦ ਚੁੱਕ ਚੁੱਕ ਹੋਏ। ਸਾਹਿਬ ਤੇਰੇ ਨਾਮ ਵਿਟੋਂ, ਬਿੰਦ ਬਿੰਦ ਚੁੱਕ ਚੁੱਕ ਹੋਏ। ਰਹਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ